ਆਮ ਤੌਰ ਤੇ ਤੁਸੀਂ ਸੁਣਦੇ ਜੀ ਸ਼ਰਾਬ ਮਾਫੀਆ, ਲੈਂਡ ਮਾਫੀਆ, ਰੇਤ ਮਾਫੀਆ, ਇਹ ਮਾਫੀਆ ਤੇ ਸਭ ਨੂੰ ਪਤਾ, ਪਰ ਇਹ ਮੈਡੀਕਲ ਮਾਫੀਆ ਦਾ ਕਿਸੇ ਨੂੰ ਪਤਾ ਹੀ ਨਹੀਂ। ਮੈਡੀਕਲ ਮਾਫੀਆ ਨੂੰ ਐਕਸਪੋਜ਼ ਤੁਸੀਂ ਹੀ ਕੀਤਾ। ਇਹ ਤੇ ਇੱਕ ਨਿੱਕੀ ਜੀ ਲਾਈਨ ਹੈ ਮਾਫੀਆ, ਤੇ ਜਿਹੜਾ ਇਮਿਊਨੇਸ਼ਨ ਖਰੀਦਦੇ ਆ, ਟੈਂਕ ਖਰੀਦਦੇ ਆ, ਜਹਾਜ਼ ਖਰੀਦਦੇ ਆ, ਉਹ ਚ ਕਿਹੜਾ ਵੱਡਾ ਘਪਲਾ ਹੋਊਗਾ। ਇਹ ਜਿਹੜੇ ਡਾਕਟਰਸ ਮੀਆਂ ਬੀਵੀ ਨੇ, ਨਾਲ ਇਹਨਾਂ ਦੇ ਇੱਕ ਯੋਗੇਸ਼ ਕੁਮਾਰ ਧਵਨ ਜਿਹੜਾ ਈਵਨ ਉਹਦੇ ਨਾਂ ਦੇ ਜਾਲੀ ਡਿਜੀਟਲ ਸਿਗਨੇਚਰਸ ਜਿਹੜੇ ਨੇ ਯੂਜ਼ ਹੁੰਦੇ ਰਹੇ ਨੇ, ਸਟੈਂਪਸ ਜਿਹੜੀਆਂ ਉਹ ਵੀ ਜਾਲੀ ਨੇ। ਮਤਲਬ ਮੈਂ ਤੇ ਹੈਰਾਨ ਹੀ ਹੋ ਗਿਆ। ਔਰ ਇਹਦੇ ਤੇ ਰੈਂਡਮਲੀ ਸਾਰਿਆਂ ਦੀ ਜੇ ਤੁਸੀਂ ਚੈਕਿੰਗ ਕਰੋਗੇ ਤੇ ਇਹਦੇ ਵਿੱਚੋਂ 80% ਜਿਹੜੇ ਤੁਹਾਡੇ ਇਨਪੈਨਲਡ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹ ਤੁਹਾਡੀਆਂ ਕਿਸੇ ਨਾ ਕਿਸੇ ਪੱਖੋਂ ਕਸੂਰਵਾਰ निकल आएंगे। D4 न्यूज़ देख रहे तमाम दोस्तों को दीपक भंडारी का नमस्कार। आपको याद होगा कि हमारी ही तरफ से ECHS स्कीम यानी कि एक्स सर्विसमैन कंट्रीब्यूटरी हेल्थ स्कीम के तहत जो देश भर में गोलमाल हो रहा है उसे उजागर किया गया था। अमृतसर में कुछ लोगों पर मामला दर्ज हुआ था। अब एक और नया मामला सामने आया है। ये अब अस्पताल है, मोहाली का अस्पताल है, ग्रेशियन मल्टी स्पेशलिटी हॉस्पिटल, जिस पर यह मामला दर्ज किया गया है। फॉर्जरी का मामला दर्ज किया गया है। इनमें जो जिस पर मामला दर्ज हुआ है वो डॉक्टर हैं शिवप्रीत सिंह, डॉक्टर साची राम कृष्णा और योगेश कुमार धवन। इन पर आरोप है कि इन्होंने ECHS स्कीम के तहत मरीजों को भर्ती करने पर भारी गोलमाल किया है। इसको लेकर हम बात करेंगे कि आज देश भर में ECHS के तहत गोलमाल हो रहा है। आखिरकार केंद्र सरकार और राज्य सरकारें सो क्यों रही हैं? इस पर कोई सख्त एक्शन क्यों नहीं लिया जा रहा? मात्र खाना पूर्ति करके इन्हें छोड़ दिया जाता है, जबकि सबको पता है कि पॉली क्लिनिक से ये खेल शुरू हो जाता है। पॉली क्लिनिक में डॉक्टर बैठे हैं रेफर करने के लिए। हर एक केस का पैसा 15 से 20 हज़ार 25 हज़ार लिया जाता है और उसके बाद जो कर्नल वहां पर बैठते हैं वो पैसे लेते हैं। फिर अस्पताल में जब बारी आती है वो मरीज का शोषण करते हैं। मरीजों के पास कार्ड ले लिए जाते हैं और जाली दस्तावेजों के आधार पर ही मरीज दाखिल होते हैं। उन्हें बीमारी कोई नहीं होती, उनकी आप भगत होती है। ये सारा खेल करके ऐसे कई हॉस्पिटल हैं जिन्होंने करोड़ों अरबों रुपए की जायदाद बना ली है। हमारे पास कुछ ऐसे दस्तावेज भी हमारे हाथ लगे हैं जिसमें रेफरल फार्म तो हैं लेकिन उस पर अधिकारी के साइन नहीं हैं। हम बात करेंगे, आज हमारे साथ दो लोग इस समय मौजूद हैं। एक तो है एडवोकेट MK शर्मा, जिनके साथ हम लीगल एस्पेक्ट पर बात करेंगे, और दूसरे हैं हमारे साथ एम्प्लॉयज वेलफेयर एसोसिएशन के चेयरमैन राकेश शर्मा। इनसे भी बात करेंगे कि आखिरकार सरकार इस सब चीज़ों को हल्के से क्यों ले रही है। शर्मा जी पहले तो एडवोकेट MK शर्मा जी पहला सवाल तो मेरा ਤੁਹਾਡੇ ਕੋਲ ਹੈ ਜੀ। ਜਿਹੜੀ FIR ਦਰਜ ਹੋਈ ਹੈ, ਕਿਉਂਕਿ ਤੁਸੀਂ ਵੀ ਕਾਫੀ ਚੁੱਕੇ ਰਹੇ ਮੁੱਦੇ, ਜੀਵਨ ਜੋਧਾ ਹਸਪੀਟਲ ਦਾ ਹੋਵੇ ਜਾਂ ਇੱਥੇ 7 ਹਸਪੀਟਲ ਹੋਰ ਹੋਣ, ਇਹਦੇ ਚ ਕੀ ਇਹਨਾਂ ਨੇ ਕੀ ਕੀਤਾ ਹੈ, ਕੀ ਫੋਰਜਰੀ ਕੀਤੀ, ਕਿਸ ਤਰ੍ਹਾਂ ਕਰਦੇ ਰਹੇ? ਦੇਖੋ, ਮੈਂ ਸਮਝਦਾ ਕਿ ਅੱਜ ਤੋਂ ਸਾਲ ਇੱਕ ਪਹਿਲਾਂ ਜਿਹੜੀ ਸਾਡੀ ਡਿਸਕਸ਼ਨ ਜਾਂ ਡਿਬੇਟ ਜੋ ਵੀ ਹੈ ਉਹ ਟੈਲੀਕਾਸਟ ਹੋਈ ਸੀ, ਉਹਦੇ 'ਚ ਮੈਂ ਇੱਕ ਗੱਲ ਕਹੀ ਸੀ ਤੁਹਾਨੂੰ ਕਿ ਇਹ ਜਿਹੜਾ ਮੁੱਦਾ ਸੀ ਅੰਮ੍ਰਿਤਸਰ ਤੋਂ ਚੁੱਕ ਰਹੇ ਹਾਂ, ਇਹ ਤੁਹਾਡਾ ਜਿਹੜਾ ਕੰਨਿਆ ਕੁਮਾਰੀ ਤੱਕ ਪਹੁੰਚਣਾ। ਔਰ ਇਹ ਤੁਸੀਂ ਦੇਖੋ ਕਿ ਸਟਾਰਟ ਅੰਮ੍ਰਿਤਸਰ ਤੋਂ ਹੋਇਆ, ਫਿਰ ਜਲੰਧਰੋਂ ਹੋਇਆ, ਫਿਰ ਮੋਹਾਲੀ ਹੁਣ ਫੜਿਆ, ਦਿੱਲੀ ਵੀ ਆਲਰੇਡੀ ਇਸ ਚੀਜ਼ ਦਾ ਪੂਰਾ ਜਿਹੜਾ ਰੌਲਾ ਪੈ ਚੁੱਕਾ। ਐਜ਼ ਫਾਰ ਐਜ਼ ਦਿਸ FIR ਇਜ਼ ਕੰਸਰਨ, ਪਹਿਲੀ ਵਾਰ ਇੰਝ ਹੋਇਆ ਕਿ ਜਦੋਂ ਇਸ FIR ਦੇ ਵਿੱਚ ਕੁਝ ਫੋਰਜਰੀ ਦੀਆਂ ਜਿਹੜੀਆਂ ਨੇ ਉਹ ਧਾਰਾਵਾਂ ਜਿਹੜੀਆਂ ਲੱਗਣੀਆਂ ਚਾਹੀਦੀਆਂ ਸੀ ਅੰਮ੍ਰਿਤਸਰ ਵਿੱਚ ਵੀ ਨਹੀਂ ਲੱਗੀਆਂ, ਲੇਕਿਨ ਉੱਥੇ ਲੱਗੀਆਂ ਨੇ। ਅੱਛਾ, ਇਸ ਹਸਪੀਟਲ 'ਚੋਂ ਧਾਰਾਵਾਂ ਲੱਗੀਆਂ ਫੋਰਜਰੀ ਦੀਆਂ, ਜਿਹੜੇ ਅੰਮ੍ਰਿਤਸਰ 'ਚ ਕੇਸ ਹੋਇਆ ਉਹ ਮੈਂ ਤੁਹਾਨੂੰ ਦੱਸਦਾ। ਇਹਦੇ ਵਿੱਚ ਹੋਇਆ ਕੀ ਹੈ ਕਿ ਜਦੋਂ ਇਹ ਮੈਡੀਕਲੇਮਸ ਲੈਂਦੇ ਨੇ ਉੱਥੋਂ, ਉਹਦੇ ਵਿੱਚ ਇਹਨਾਂ ਨੇ ਫੋਰਜਰੀ ਕੀਤੀ ਹੈ, ਉਹਦੇ ਵਿੱਚ ਛੇੜਛਾੜ ਕੀਤੀ ਹੈ ਡਾਕੂਮੈਂਟਸ ਦੇ ਵਿੱਚ। ਫੋਰਜਰੀ ਮਤਲਬ ਧੋਖਾਧੜੀ ਤੇ ਡਾਕੂਮੈਂਟਸ ਤੇ ਛੇੜ ਜੀ। ਉਹਦੇ ਵਿੱਚ ਇੰਡੀਅਨ ਪੈਨਲ ਕੋਡ IPC ਦੀ ਧਾਰਾ 465, 468 ਤੇ 471 ਦੇ ਤਹਿਤ ਤੇ ਨਾਲ 120B ਵੀ ਲੱਗੀ ਹੈ। ਦੇਖੋ, ਜਿੱਥੋਂ ਤੱਕ 465 ਦਾ ਸਵਾਲ ਹੈ, IPC ਦੀ ਜਿਹੜੀ ਧਾਰਾ ਇਹ ਫੋਰਜਰੀ ਦੀ ਹੈ ਜੀ। 468 ਜਿਹੜੀ ਹੈ ਫੋਰਜਰੀ ਫॉर ਚੀਟਿੰਗ ਜੀ। ਔਰ ਜਿਹੜੀ ਸਾਡੀ 471 ਹੈ ਉਹ ਇਹ ਹੈ ਕਿ ਅਸੀਂ ਇੱਕ ਫੋਰਜਡ ਡਾਕੂਮੈਂਟ ਨੂੰ ਐਜ਼ ਏ ਓਰੀਜਨਲ ਡਾਕੂਮੈਂਟ ਜਿਹੜਾ ਅਸੀਂ ਪ੍ਰੋਡਿਊਸ ਕਰਦੇ ਹਾਂ ਫॉर ਦਾ ਗੇਨ। ਮਤਲਬ ਜਾਲੀ ਡਾਕੂਮੈਂਟਸ ਉੱਥੇ ਦਿੱਤੇ ਤੇ ਉਹਨਾਂ ਦੇ ਪੈਸੇ ਲਏ ਜੀ। 120B ਜਿਹੜੀ ਹੈ ਸਾਡੀ IPC ਦੀ ਧਾਰਾ ਸੈਕਸ਼ਨ ਦੀ ਹੈ, ਉਹਦੇ 'ਚ ਇਹ ਹੈ ਕਿ ਜਿਹੜੀ ਤੁਹਾਡੀ ਕ੍ਰਿਮੀਨਲ ਕਨਸਪੀਰੈਂਸੀ, ਕਿ ਇਹ ਇੱਕ ਜਣੇ ਦਾ ਨਹੀਂ, ਇਹਦੇ ਵਿੱਚ 5-6 ਜਾਂ ਬੰਦੇ ਇਨਵੋਲਵ ਹੋ ਸਕਦੇ ਨੇ, ਭਾਵੇਂ ਉਹ ਆਫੀਸ਼ੀਅਲ ਅਨਆਫੀਸ਼ੀਅਲ ਸਰਕਾਰੀ ਆਰਮੀ ਦੇ ਜਾਂ ਇਹਨਾਂ ਦੇ ਹਸਪੀਟਲਸ ਦੇ ਜਾਂ ਜਿਹੜਾ ਵਿਚਕਾਰਲਾ ਤੰਤਰ ਹੈ ਉਹਨਾਂ ਦੇ। ਹੁਣ ਇਹਦੇ 'ਚ ਕੀ ਹੈ ਕਿ ਜਦੋਂ ਸਾਡੀ ਲਾਸਟ ਜਿਹੜੀ ਡਿਸਕਸ਼ਨ ਹੋਈ ਸੀ ਉਦੋਂ ਮੈਂ ਤੁਹਾਨੂੰ ਬੜਾ ਕਲੀਅਰਲੀ ਇੱਕ ਗੱਲ ਕਹੀ ਸੀ
ਕਿ ਉਹਦੇ ਵਿੱਚ ਸਿਰਫ 336 ਆਈਪੀਸੀ ਦੀ ਧਾਰਾ ਦੇ ਤਹਿਤ ਜਿਹੜਾ ਉਹ ਪਰਚਾ ਕੱਟਿਆ ਗਿਆ ਸੀ, ਜਦੋਂ ਕਿ ਜਿਹੜਾ ਐਕਟ ਹੈ ਇਟਸ ਅ ਸਿਮਿਲਰ ਕਾਈਂਡ ਆਫ ਐਕਟ ਜੀ। ਵਾਟ ਐਵਰ ਹੈਪਨਡ ਇਨ ਮੋਹਾਲੀ ਜਾਂ ਜੋ ਵੀ ਇੱਥੇ ਹੋਇਆ ਸੀ, ਜੀ। ਇਕੁਐਲਿਟੀ ਦੇ ਨਾਲ। ਔਰ ਜਿਹੜੀਆਂ ਪਿਛਲੀ ਇੱਕ ਜਿਹੜੀ 7 ਕੇਸ ਹਸਪੀਟਲ ਸੀਗੇ ਤੇ 8ਵਾਂ ਦੂਸਰਾ ਸੀਗਾ ਜੀ, ਜਿਹੜੇ 7 8 ਹੀ ਗਿਣਾਂਗੇ ਆਪਾਂ 8 ਹੀ ਗਿਣਾਂਗੇ ਆਪਾਂ 8 ਹੀ ਗਿਣਾਂਗੇ, ਉਹਨਾਂ ਦੀ ਜਿਹੜੀ ਇਨਕੁਆਰੀ ਹੈ ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਫੋਰਜਿੰਗ ਦਾ ਜਿਹੜਾ ਡਾਕੂਮੈਂਟ ਹੈ ਉਹਨੂੰ ਪ੍ਰੂਵ ਕਿਸ ਤਰ੍ਹਾਂ ਕੀਤਾ। ਉਹਦੇ ਲਈ ਉਹਨਾਂ ਨੇ CFSL, ਉਹਨੂੰ ਕਹਿੰਦੇ ਨੇ ਕਿ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰੇਟਰੀ, ਉਹਨਾਂ ਨੇ ਉਹਦੇ ਵਿੱਚ ਡਾਕੂਮੈਂਟ ਭੇਜੇ। ਉਹਨਾਂ ਨੇ ਉਹਦੇ ਵਿੱਚ ਕਲੀਅਰ ਕਰ ਦਿੱਤਾ ਜੀ ਕਿ ਇਹਦੇ 'ਚ ਫੋਰਜਿੰਗ ਜਿਹੜੀ ਹੈ, ਛੇੜਛਾੜ ਇਹਨਾਂ ਡਾਕੂਮੈਂਟਸ ਦੇ ਵਿੱਚ ਹੋਈ ਹੈ। ਉਹਨਾਂ ਦੇ ਬੇਸਿਸ ਤੇ ਜਿਹੜੀ ਹੈ ਇਹ FIR ਜਿਹੜੀ ਹੈ ਇਟ ਹੈਜ਼ ਬੀਨ ਲੌਸਟ। ਔਰ ਇੱਕ ਚੀਜ਼ ਮੈਂ ਹੋਰ ਦੱਸਦਾ ਕਿ ਇਹ ਤੇ ਇਨੀਸ਼ੀਅਲੀ ਹੈ, ਔਰ ਇਸ ਤੋਂ ਬਾਅਦ ਹੋਰ ਜਦੋਂ ਇਨਕੁਆਰੀ ਹੁੰਦੀ ਜਾਏਗੀ, ਉਹ ਜਿੰਨੀ ਦੇਰ ਤੱਕ ਚਲਾਨ ਪੇਸ਼ ਨਹੀਂ ਹੁੰਦਾ, ਉਹ ਐਡ ਅਪ ਇਹਦੇ 'ਚ ਧਾਰਾਵਾਂ ਹੋ ਸਕਦੀਆਂ। ਲੇਕਿਨ ਜਿਹੜੀ ਪਿਛਲੀ ਅੰਮ੍ਰਿਤਸਰ ਦਾ ਜਿਹੜਾ ਕੇਸ ਹੈ, ਉਹਦੇ 'ਚ 1 ਸਾਲ ਦੇ ਵਿੱਚ ਇੱਕ ਵੀ ਧਾਰਾ ਨਹੀਂ ਲੱਗੀ। ਔਰ ਮੈਨੂੰ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਦੇ ਹਾਂ। ਖੈਰ ਇਹਦੇ ਬਾਰੇ ਜਿਹੜਾ ਅਜੇ ਤੱਕ ਰਹੋ ਹੀ ਹੈ। ਇਹ ਜਿਹੜੇ ਡਾਕਟਰਸ ਮੀਆਂ ਬੀਵੀ ਨੇ, ਨਾਲ ਇਹਨਾਂ ਦੇ ਇੱਕ ਯੋਗੇਸ਼ ਕੁਮਾਰ ਧਵਨ ਜਿਹੜਾ ਈਵਨ ਉਹਦੇ ਨਾਂ ਦੇ ਜਾਲੀ ਡਿਜੀਟਲ ਸਿਗਨੇਚਰਸ ਜਿਹੜੇ ਨੇ ਯੂਜ਼ ਹੁੰਦੇ ਰਹੇ ਨੇ, ਸਟੈਂਪਸ ਜਿਹੜੀਆਂ ਨੇ ਉਹ ਵੀ ਜਾਲੀ ਨੇ। ਮਤਲਬ ਮੈਂ ਤੇ ਹੈਰਾਨ ਹੀ ਹੋ ਗਿਆ। ਮਤਲਬ ਐਡੀ ਵੱਡੀ ਕਨਸਪੀਰੇਸੀ ਚੱਲ ਰਹੀ ਹੈ ਤੇ ਸਰਕਾਰਾਂ ਚੁੱਪ ਨੇ। ਦੇਖੋ, ਇਹ ਸਿਰਫ ਮੋਹਾਲੀ, ਅੰਮ੍ਰਿਤਸਰ ਜਾਂ ਜਲੰਧਰ ਨਹੀਂ ਹੋ ਰਿਹਾ। ਮੈਂ ਬੜੀ ਵਾਰ ਆਖ ਚੁੱਕਾ ਕਿ ਇਹ ਪੂਰੇ ਹਿੰਦੁਸਤਾਨ ਦਾ ਮਸਲਾ ਹੈ, ਇਹ ਰਾਸ਼ਟਰੀ ਮੁੱਦਾ ਹੈ। ਔਰ ਇਹਦੇ ਤੇ ਰੈਂਡਮਲੀ ਸਾਰਿਆਂ ਦੀ ਜੇ ਤੁਸੀਂ ਚੈਕਿੰਗ ਕਰੋਗੇ ਤੇ ਇਹਦੇ ਵਿੱਚੋਂ 80% ਜਿਹੜੇ ਤੁਹਾਡੇ ਇਨਪੈਨਲਡ ਜਿਹੜੀਆਂ ਇੰਸਟੀਟਿਊਸ਼ਨਸ ਨੇ, ਉਹ ਤੁਹਾਡੀਆਂ ਕਿਸੇ ਨਾ ਕਿਸੇ ਪੱਖੋਂ कसूरवार निकल आनी है। देखिए, इन्होंने बड़ी अच्छी बात कही है कि इसकी रैंडमली जांच हो। अगर CBI के कुछ लोगों की ओर से इसकी CBI की जांच भी मांग की गई है, क्योंकि हमारी कुछ आर्मी के अधिकारियों से बात होती है तो वो कहते हैं कि हमारे पास कोई इतनी इंटेलिजेंस नहीं है या इतनी विजिलेंस नहीं है कि हम इन अस्पतालों के पीछे अपने बंदे लगा दें, क्योंकि हो सकता है कई बार जब हमारे बंदे वहां पर जांच करने के लिए जाते हैं तो उन्हें भी लालच दिया जाता है, क्योंकि मामला करोड़ों अरबों रुपए का है। स्वाभाविक है, भ्रष्टाचार यहां पर चरम पर है और लोग बिक जाते हैं। लेकिन इस बार जब ये मामला सामने आया था, जालंधर के एक अधिकारी थे, उनका तबादला हो चुका है, उनके ही आदेशों पर जो यहां पर ब्रिगेडियर MD उपाध्याय हैं, उन्होंने एक 300 पन्ने की रिपोर्ट बनाकर भेजी थी। 7 अस्पतालों में उसके नाम थे। हम आपको नाम बताते हैं। आकाशदीप हॉस्पिटल था, एक गुप्ता हॉस्पिटल है रिस्क रोड पर, मदान हॉस्पिटल है, निज्जर हॉस्पिटल है, लाइफ केयर वर्मा, और एक और हॉस्पिटल है जिसका नाम शायद नीलकंठ हॉस्पिटल है। तो इन पर मामला दर्ज होता है, इंक्वायरी शुरू हो जाती है, लेकिन इंक्वायरी 10 महीनों में भी वो इंक्वायरी कंप्लीट नहीं होती है। हमारे साथ हैं इससे पहले हम आपको ये भी बता दें कि 28 हॉस्पिटल ऐसे थे जिन्हें स्टॉप रेफरल एक बार किया गया था, लेकिन वो सबसे जो बड़ा घपला है वो स्टॉप रेफरल वाले लेटर में ही है। स्टॉप रेफरल क्यों, किस लिए किया? क्या किसी ने धांधली की, किसी ने चोरी की, किसी ने जालसाजी की? ये सब जनता के सामने आना चाहिए, क्योंकि ये पैसा जनता का है। ये पैसा हमारे देश की सेना की वेलफेयर पर खर्च होना चाहिए। क्या हम सेना को क्या दे रहे हैं? ये तो एक छोटा सा मामला है, हेल्थ, जिसमें करोड़ों रुपए खर्च हो रहे हैं। इसके अलावा तो और भी हमारे एम्यूनिशन आते हैं, टैंक्स आते हैं। यदि इस पर ही नहीं होगा तो हम खुद भ्रष्टाचार को बढ़ावा दे रहे हैं। और हमारी समझ से ये बात बाहर है कि प्रधानमंत्री नरेंद्र मोदी हर एक चीज को संजीदगी से ले रहे हैं, तो आखिरकार इस पर चुप क्यों हैं? क्या जो हमारे राजनाथ सिंह हैं, डिफेंस मिनिस्टर हैं, क्या वो भी नहीं चाहते इन पर कार्रवाई हो? क्या हमारी डिफेंस मिनिस्टर जो वित्त मंत्री हैं निर्मला सीतारमण, वो भी नहीं चाहती इन पर कार्रवाई हो? सबसे जो अहम बात है, हमारे प्रदेश के मुख्यमंत्री कैप्टन रह चुके हैं, कैप्टन अमरिंदर सिंह, फौज के कैप्टन, उनको तो ये सामने आकर इस मामले की जांच करवानी चाहिए थी। अब हमारे साथ हैं राकेश शर्मा, एम्प्लॉइज वेलफेयर एसोसिएशन के चेयरमैन हैं, इनसे बात करते हैं क्योंकि काफी सारी बातें जो इनके सामने भी आई। शर्मा जी नमस्कार। नमस्कार जी। शर्मा जी, ये देखो, सारा एक बड़ी ਵੱਡੀ ਸਾਜ਼ਿਸ਼ ਪੂਰੇ ਦੇਸ਼ ਚੱਲ ਰਹੀ ਹੈ। ਸ਼ੁਰੂਆਤ ਅੰਮ੍ਰਿਤਸਰ ਤੋਂ ਹੋਈ ਸੀਗੀ। ਤੁਹਾਨੂੰ ਯਾਦ ਹੋਏਗਾ ਕਿ D4U ਨਿਊਜ਼ ਚੈਨਲ ਨੇ ਇਹਦਾ ਖੁਲਾਸਾ ਕੀਤਾ ਸੀ ਸਭ ਤੋਂ ਪਹਿਲੇ, ਤੇ 3 ਬੰਦਿਆਂ ਦੇ ਨਾਮ ਸਾਹਮਣੇ ਆਏ ਸੀ। ਉਸ ਤੋਂ ਬਾਅਦ 7 ਦੇ ਨਾਮ ਆਉਂਦੇ, ਫਿਰ ਇੱਕ 8ਵਾਂ ਹਸਪੀਟਲ ਵੀ ਇਨਵੋਲਵ ਹੋ ਜਾਂਦਾ। ਹੁਣ ਇੱਕ ਮੋਹਾਲੀ ਦਾ ਪਹਿਲਾ ਹਸਪੀਟਲ ਸੀਗਾ ਫੋਰਟਿਸ, ਜਿਹਨੂੰ ਸਟਾਪ ਰੈਫਰਲ ਕਰਤਾ ਜਾਂਦਾ। ਇੱਕ ਨਵਾਂ ਹਸਪੀਟਲ ਸਾਹਮਣੇ ਆ ਗਿਆ ਗ੍ਰੇਸ਼ੀਅਨ, ਜਿਨ੍ਹਾਂ ਤੇ ਮਾਮਲਾ ਦਰਜ ਹੋ ਗਿਆ 400 ਕਈ ਧਾਰਾਵਾਂ ਦੇ ਤਹਿਤ, ਫੋਰਜਰੀ ਦੇ ਤਹਿਤ। ਤੇ ਇੱਕ ਹੀ ਮਤਲਬ ਸਰਕਾਰਾਂ ਮਾਨ ਨੇ। ਸਭ ਤੋਂ ਪਹਿਲਾਂ ਭੰਡਾਰੀ ਸਾਹਿਬ, ਮੈਂ D4 ਨਿਊਜ਼ ਚੈਨਲ ਦਾ ਤਹਿ ਦਿਲੋਂ ਧੰਨਵਾਦੀ ਹਾਂ। ਉਹਨਾਂ ਦੇਸ਼ ਦੇ ਸਾਹਮਣੇ ਮੈਡੀਕਲ ਮਾਫੀਆ ਨੂੰ ਐਕਸਪੋਜ਼ ਕੀਤਾ।
ਆਮ ਤੌਰ ਤੇ ਤੁਸੀਂ ਸੁਣਦੇ ਜੇ ਸ਼ਰਾਬ ਮਾਫੀਆ, ਲੈਂਡ ਮਾਫੀਆ, ਰੇਤ ਮਾਫੀਆ, ਇਹ ਮਾਫੀਆ ਤੇ ਸਭ ਨੂੰ ਪਤਾ, ਪਰ ਇਹ ਮੈਡੀਕਲ ਮਾਫੀ ਦਾ ਕਿਸੇ ਨੂੰ ਪਤਾ ਹੀ ਨਹੀਂ। ਮੈਡੀਕਲ ਮਾਫੀ ਨੂੰ ਐਕਸਪੋਜ਼ ਤੁਸੀਂ ਕੀਤਾ। ਇਹ ਜਿਹੜਾ ਵਾਈਟ ਕਲਰ ਕ੍ਰਾਈਮ ਹੈ ਨਾ, ਇਹਨੂੰ ਫੜਨਾ ਬਹੁਤ ਔਖਾ ਹੁੰਦਾ। ਇਹਨਾਂ ਦੀ ਜੜ੍ਹਾਂ ਜਿਹੜੀਆਂ ਪਤਾਲ ਤੱਕ ਹੁੰਦੀਆਂ, ਦਿੱਲੀ ਤੱਕ ਇਹਨਾਂ ਦੀਆਂ ਜੜ੍ਹਾਂ। ਪੜ੍ਹੇ ਲਿਖੇ ਬੰਦੇ ਆ, ਹਰ ਬੰਦਾ ਚਾਹੁੰਦਾ ਵੀ ਪੜ੍ਹੇ ਲਿਖੇ ਬੰਦੇ ਨਾਲ ਜੜਨਾ ਵਾ। ਬਦਮਾਸ਼ ਦਾ ਤਾਂ ਪਤਾ ਵੀ ਇਹ ਬਦਮਾਸ਼ ਆ, ਤੁਸੀਂ ਇਹਨੂੰ ਫੜ ਲੋਗੇ। ਇਹ ਸ਼ਰਾਬ ਵੇਚਣ ਵਾਲਾ ਤੁਸੀਂ ਇਹਨੂੰ ਫੜ ਲੋਗੇ, ਪਿੰਨ ਪੁਆਇੰਟ ਹੁੰਦੇ ਆ। ਇਹ ਜਿਹੜਾ ਵਾਈਟ ਕਲਰ ਕ੍ਰਾਈਮ ਆ, ਇਹਨਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਕਰਦੇ ਕੀ ਆ। ਸਭ ਤੋਂ ਪਹਿਲਾਂ ਜਦੋਂ ਤੁਹਾਡੀ ਖਬਰ ਨਿਊਜ਼ ਲੱਗੀ, ਉਹਦੇ ਸਬੰਧ ਵਿੱਚ ਇੱਕ FIR ਨੰਬਰ 0184 2020 ਦੇ ਵਿੱਚ ਪੁਲਿਸ ਥਾਣਾ ਕੰਟੋਨਮੈਂਟ ਦੇ ਵਿੱਚ 420 65 67 68 71 120 ਦੇ ਵਿੱਚ ਦਰਜ ਹੋ ਗਈ। ਇਹ ਮੇਰੇ ਖਿਆਲ 2 ਅਕਤੂਬਰ 7-8 ਹਸਪਤਾਲ ਦੇ ਤੇ ਬਾਕੀ ਹੋਰ ਕੋਈ ਪ੍ਰਾਈਵੇਟ ਬੰਦੇ ਸੀ ਜਿਹੜੇ ਦਲਾਲ ਸੀ ਉਹਨਾਂ ਦੇ ਖਿਲਾਫ। ਉਸ ਵੇਲੇ ਮੈਨੂੰ ਵੀ ਕੋਈ ਇਹਨਾਂ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਸੀ, ਤੇ ਮੈਂ ਇੱਕ ਐਪਲੀਕੇਸ਼ਨ ਲੈ ਕੇ ਤੇ ਪੁਲਿਸ ਕਮਿਸ਼ਨਰ ਸਾਹਿਬ ਕੋਲ ਚਲ ਗਿਆ ਜੀ, ਇਹਨਾਂ ਦੀ ਇਨਕੁਆਇਰੀ ਕਰਨੀ ਚਾਹੀਦੀ ਆ ਕਿ ਇਹ ਜਿਹੜੇ ਡਾਕਟਰ ਆ ਵੇਖੋ ਸੁਪਰ ਸਪੈਸ਼ਲਿਟੀ ਡਾਕਟਰ ਆ, ਤੇ ਵਿੱਚ ਫਸਾ ਤੇ ਸ਼ਾਇਦ ਤੇ ਖਾਲੀ ਹੋ ਜਾਊਗਾ। ਉਹ ਗੱਲ ਉਹੀ ਵਾਈਟ ਕਲਰ ਕ੍ਰਾਈਮ। ਮੈਨੂੰ ਵੀ ਨਹੀਂ ਹੈਗਾ ਵੀ ਇਹ ਕੰਮ ਇਹੋ ਜਿਹਾ ਕਰਦੇ ਹੋਣਗੇ। ਮੈਨੂੰ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਤੁਸੀਂ ਇਹ ਲੈਟਰ ਤੇ ਸ਼ਰਮਾ ਜੀ ਆਪਣੇ ਪੈਡ ਤੇ ਲਿਖ ਲਿਆ ਜੇ, ਤੇ ਜੇ ਇਹਨਾਂ 'ਚ ਚੋਰ ਨਿਕਲੇ ਤੇ ਤੁਹਾਡੀ ਇੰਪਲਾਈਜ਼ ਵੈਲਫੇਅਰ ਹੈਲਥ ਡਿਪਾਰਟਮੈਂਟ ਦੀ ਬਦਨਾਮੀ ਨਾ ਹੋਗੀ। ਤੁਸੀਂ ਇਹਨਾਂ ਨੂੰ ਇੰਡੀਵਿਜੂਅਲ ਦੇ ਲੈਣ ਦਿਓ, ਇਹਨਾਂ ਨੂੰ ਕੰਪਲੇਂਟ ਦਿਓ, ਆਪਣੀ ਇਨਕੁਆਇਰੀ ਆਪ ਰਖਾਉਣ। ਚਲੋ ਇਨਕੁਆਇਰੀ ਚੱਲ ਪਈ। ਜੋ ਇਨਕੁਆਇਰੀ ਚੱਲੀ, ਬੜੇ ਤੱਥ ਸਾਹਮਣੇ ਆਏ ਵੀ ਇਹ ਤੇ ਸਕੈਂਡਲ ਆ। ਲੋਕੀ ਤਾਂ ਹੁੰਦੇ ਆਟੇ 'ਚ ਲੂਣ ਮਿਲਾਉਂਦੇ, ਇਹਨਾਂ ਲੂਣ 'ਚ ਹੀ ਆਟਾ ਮਿਲਾਇਆ। ਇਹ ਮਰੀਜ਼ ਆਂਦਾ, ਉਹਨੂੰ ਦੱਸਦੇ ਆ, ਉਹਨੂੰ ਰੋਟੀ ਪਾਣੀ ਦਿੰਦੇ ਆ, ਵਿਸਕੀ ਪਿਆਉਂਦੇ ਆ, ਮੋਬਾਈਲ ਲੈ ਕੇ ਦਿੰਦੇ ਆ, ਜਿਹੋ ਜਿਹਾ ਖਾਣਾ ਚਾਹੁੰਦੇ ਮੀਟ ਮੁਰਗਾ ਸਭ ਪਰੋਸਦੇ ਆ, ਤੇ ਕੱਪੜੇ ਵੀ ਜਾਣ ਲੱਗਿਆ ਦਿੰਦੇ ਆ, ਤੇ ਮੋਟਾ ਬਿੱਲ ਬਣਾ ਦਿੰਦੇ ਆ। ਜਿੱਦਾਂ ਹੁਣ ਮੈਂ ਤੁਹਾਡੇ ਕੋਲ ਫਾਈਲਾਂ ਵੇਖੀਆਂ, ਉੱਥੇ ਜੇ ਪੋਲੀਕਲੀਨਿਕ ਦੇ ਹੈਗੇ ਸਟੈਂਪ ਲੱਗੀ ਆ ਕਰਨਲ ਦੀ, ਕਰਨਲ ਸਾਹਿਬ ਦੇ ਸਹਿਣੀ ਨਹੀਂ। ਜੇ ਉਹ ਤੁਹਾਡੇ ਕੋਲ ਆ ਗਏ ਆ ਤੇ ਹਸਪੀਟਲ ਨੂੰ ਨਹੀਂ ਪਤਾ ਮੇਰਾ ਫਰਾਡ ਹੋਣ ਡਿਆ। ਇਹ ਸਾਰਾ ਕੰਮ ਪੋਲੀਕਲੀਨਿਕ ਤੇ ਚੱਲਦਾ। ਪੋਲੀਕਲੀਨਿਕ ਵਾਲਿਆਂ ਨੂੰ ਇਹ ਕਿਉਂ ਨਹੀਂ ਸਰਕਾਰ ਕਰਦੀ ਵੀ ਪੋਲੀਕਲੀਨਿਕ ਕਵੇ ਵੀ ਇਹਨਾਂ ਨੂੰ ਆਪਣੇ ਡਿਸਟ੍ਰਿਕਟ ਦੇ ਸਿਵਲ ਹਸਪਤਾਲਾਂ 'ਚ ਭੇਜੋ, ਜਿੱਦਾਂ ਉੱਥੇ ਮੈਡੀਕਲ ਕਾਲਜਾਂ 'ਚ ਭੇਜੋ, ESI ਹਸਪਤਾਲਾਂ 'ਚ ਭੇਜੋ, ਮਿਲਟਰੀ ਹਸਪੀਟਲ 'ਚ ਭੇਜੋ ਇਹਨੂੰ ਐਕਸਪੋਜ਼ ਕਰਨ ਲਈ। ਉਹਨੂੰ ਪਤਾ ਵੀ ਉੱਥੋਂ ਪੈਸਾ ਕੋਈ ਨਹੀਂ ਮਿਲਣਾ। ਜੇ ਆਯੁਸ਼ਮਾਨ ਦੇ ਮਰੀਜ਼ਾਂ ਦਾ ਇਲਾਜ ਹੋ ਸਕਦਾ, ਕੋਵਿਡ ਦੇ ਮਰੀਜ਼ਾਂ ਦਾ ਹੋ ਸਕਦਾ, ਤੇ ਇਹ ਕਿਹੜੀ ਕੋਈ ਏਡੀ ਗੰਭੀਰ ਬਿਮਾਰੀਆਂ ਵੀ ਜਿਨ੍ਹਾਂ ਦੇ ਹਸਪਤਾਲਾਂ 'ਚ ਇਲਾਜ ਹੀ ਨਹੀਂ। ਮਤਲਬ ਇੱਕ ਬਿਲਕੁਲ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਘਪਲਾ ਹੋ ਰਿਹਾ। ਵਾਈਟ ਕਲਰ ਕਰਾਮ ਮੈਡੀਕਲ ਮਾਫੀ ਦੀ ਜੜ੍ਹਾਂ ਜਿਹੜੀਆਂ ਦਿੱਲੀ ਤੱਕ ਹੈਗੀਆਂ ਜੀ। ਇੱਥੋਂ ਤੱਕ ਪਤਾ ਲੱਗਾ ਵੀ ਕਈ MP ਤੱਕ ਇਹਨਾਂ ਨੂੰ ਸਪੋਰਟ ਕਰਦੇ ਆ। ਇੱਕ ਹਸਪੀਟਲ ਦੇ ਡਾਕਟਰ ਸਾਹਿਬ ਦਾ ਮੈਨੂੰ ਇਹ ਪਤਾ ਲੱਗਾ ਵੀ ਉਹਨਾਂ ਨੇ ਇਨਕੁਆਇਰੀ ਦੇ ਵਿੱਚ ਇੰਨੇ ਪੈਸੇ ਇਕੱਠੇ ਕਰ ਲਏ ਕਿ ਉਹਨੇ ਕਿ ਹੋਰ ਹਸਪਤਾਲ ਖਰੀਦ ਲਿਆ, ਆਪਣਾ ਹਸਪੀਟਲ ਡੀਮ ਪੈਟਲ ਹੋ ਗਿਆ, ਤੇ ਨਵਾਂ ਖਰੀਦ ਕੇ ਉੱਥੇ ਕੰਮ ਸ਼ੁਰੂ ਕਰਦਾ ਸ਼ਿਕਨੀ ਕਿਰਾਏਦਾਰ ਬਣ ਕੇ। ECHS ਦੇ ਮਰੀਜ਼ ਉੱਥੇ ਜਿੱਦਾਂ ਜੀਵਨ ਜੋ ਸ਼ਿਕਨੀ ਕਿਰਾਏਦਾਰ ਸੀ ਨੰਦਾਈ ਦਾ, ਇਹ ਕੇਸ ਰਜਿਸਟਰਡ ਹੋ ਗਿਆ। ਹੁਣ ਵੇਖੋ ਸੇਮ ਫੈਂਸ ਹੈਗਾ ਫੈਂਸ, ਪਰ ਧਾਰਾ ਬਦਲ ਗਈ। ਵੇਖੋ ਵੀ ਕਿੰਨੀ ਜੜ੍ਹਾਂ ਉਹਦੀ ਮਜ਼ਬੂਤ ਹੋਣਗੀਆਂ ਬੰਦੇ ਦੀਆਂ। ਇੱਕ ਇਹਦੇ ਵਿੱਚ FIR ਹੋ ਗਈ 0190 ਥਾਣਾ ਸਦਰ ਦੇ ਵਿੱਚ ਅੰਡਰ ਸੈਕਸ਼ਨ 336। ਦੂਜੇ 'ਚ 420 65 67 71 ਲੱਗਣ ਦੀ ਆ। ਮੁਹਾਲੀ ਵੀ ਇਹ ਸੇਮ ਧਾਰਾ ਲੱਗਣ ਡੀਆਂ, ਇੱਥੇ ਕਿਉਂ ਨਹੀਂ? ਮਤਲਬ ਆਪੇ ਹੀ ਪੁਲਿਸ ਦੀ ਮਰਜ਼ੀ ਨਾਲ ਧਾਰਾ ਬਦਲਦੀਆਂ, ਜਿਹਨੇ ਭ੍ਰਿਸ਼ਟਾਚਾਰ ਦੀ ਬੂਤ ਸਾਹਮਣੇ। ਭੰਡਾਰੀ ਸਾਹਿਬ, ਲੋਕਾਂ ਦਾ ਇਸ ਇਨਕੁਆਇਰੀ ਦੇ ਵਿੱਚ 10 ਮਹੀਨੇ ਹੋਣ ਦੇ ਬਾਵਜੂਦ 6 ਹਸਪਤਾਲਾਂ ਕੱਢਣ ਤੇ ਇਹਨਾਂ ਬੜੀ ਜਲਦੀ ਕੀਤੀ। ਤੇ ਜਿਹੜੇ ਦੋਸ਼ੀ ਹੈਗੇ ਉਹ ਕਿਉਂ ਨਹੀਂ ਅਜੇ ਤੱਕ ਐਕਸਪੋਜ਼ ਕਰਦੇ? ਮਲਕ ਸਾਹਿਬ IPS ਅਧਿਕਾਰੀ ਹੈ, ਇਮਾਨਦਾਰ, ਮੈਂ ਉਹਨੇ ਰਿਸਪੈਕਟ ਕਰਦਾ, ਪਰ ਮਲਕ ਸਾਹਿਬ ਦੇ ਵੀ ਇਹ ਜਿਹੜੀ ਹੈ ਇੰਟੈਗ੍ਰਿਟੀ ਡਾਊਟਫੁਲ ਹੋ ਗਈ ਆ। ਇਸ ਕਰਕੇ ਹੋ ਗਈ ਆ ਵੀ 10 ਮਹੀਨਿਆਂ ਦੇ ਵਿੱਚ 30 ਪ੍ਰੈਸ ਨੂੰ ਕਿਉਂ ਭਾਈਦੇ? ਪ੍ਰੈਸ ਨੂੰ ਦੱਸਦੇ ਕਿਉਂ ਨਹੀਂ ਮਹੀਨਾ ਬਾਈ ਵੀ ਮੈਂ ਇੱਥੋਂ ਤੱਕ ਪਹੁੰਚ ਗਿਆ। ਮੈਂ ਉਹਨਾਂ ਨੂੰ ਪੁੱਛਿਆ ਸੀ ਤੇ ਮੇਰੀ ਪੰਜਾਬ ਸਰਕਾਰ ਕੋ ਮੰਗਾ ਵੀ ਮਲਕ ਸਾਹਿਬ ਕੋਲ ਇਨਕੁਆਇਰੀ ਲੈ ਕੇ ਇਹ ਵਿਜੀਲੈਂਸ ਨੂੰ ਦੇ ਦੇਣੀ ਚਾਹੀਦੀ ਹੈ, ਜਾਂ ਕਮਿਸ਼ਨਰ ਸਾਹਿਬ ਇਹਨੂੰ ਆਪ ਕਰਨ, ਤੇ ਜਾਂ ਸਭ ਤੋਂ ਵੱਡੀ ਗੱਲ ਆ ਸੁਪਰੀਮ ਕੋਰਟ ਨੂੰ ਜਾਂ ਹਾਈ ਕੋਰਟ ਨੂੰ ਇਹਦਾ ਸੂਹ ਮੋਟੋ ਲੈ ਕੇ ਇਹ ਜਿਹੜੀ ਜਿੰਨੀ ਵੀ ਇਹ ਘਪਲੇ ਦੀ ਇਨਕੁਆਇਰੀ ਹੈ ਨਾ CBI ਨੂੰ ਦੇ ਦੇਣੀ ਚਾਹੀਦੀ ਆ, ਤਾਂ ਕਿ ਦੁੱਧ ਪਾਣੀ ਹੋਵੇ, ਕਿਉਂਕਿ ਸਾਰੇ ਮੁਲਕ 'ਚ ਚੱਲਣ ਡਿਆ ਜੀ। ਇਹਨੂੰ ਜਿਹੜੀਆਂ ਪ੍ਰਦੇਸ਼ ਸਰਕਾਰਾਂ ਨਾ ਇਹ ਤੇ ਜਸਟੀਫਿਕੇਸ਼ਨ ਨਹੀਂ ਕਰ ਸਕਦੀਆਂ, ਕਿਉਂ ਇੱਥੇ ਲੀਡਰਾਂ ਦੀ ਬਹੁਤ ਹੈਗੀ ਗੱਲ, ਤੇ ਲੀਡਰ ਇਹਨਾਂ ਨਾਲ ਰਲੇ ਆ ਮੈਡੀਕਲ ਮਾਫੀਆ ਦੇ ਨਾਲ। ਤੇ ਜਦੋਂ ਲੀਡਰ ਨਾਲ ਰਲੇ ਹੋਣਗੇ ਤੇ ਜਿਹੜਾ ਜੇ ਕੋਈ SP ਜਾਂ ਕੋਈ SSP ਜਾਂ ਕੋਈ ਕਮਿਸ਼ਨਰ ਚਾਹੁੰਦਾ ਵੀ ਹੋਵੇ ਨਾ ਮੈਂ ਤੇ ਇਨਸਾਫ ਦੇਵਾਂ ਜਾਂ ਘਪਲਾ ਲੱਭਾਂ, ਉਹ ਲੱਭ ਨਹੀਂ ਸਕਦਾ। ਉਹ ਅੰਡਰ ਪ੍ਰੈਸ਼ਰ ਹੁੰਦੇ ਕਿ ਇਹਨਾਂ ਦੀਆਂ ਪੋਸਟਿੰਗਾਂ ਇਹਨਾਂ ਦੇ ਥਰੂ ਹੁੰਦੀਆਂ ਲੀਡਰਾਂ ਦੇ। ਇਸ ਕਰਕੇ ਜਿਹੜਾ ਟ੍ਰਾਂਸਫਰ CBI ਨੂੰ ਹੋ ਜਾਣਾ ਚਾਹੀਦਾ। ਹੁਣ ਵੇਖੋ, ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਸੀ, ਮੈਂ ਜੀ ਡਾਕਟਰਾਂ ਦੇ ਤੇ ਪਰਚਾ ਹੋ ਗਿਆ, ਕੀ ਆਰਮੀ ਦਾ ਕੋਈ ਡਾਕਟਰ ਜਾਂ ਅਧਿਕਾਰੀ ਇਹਨਾਂ ਦੇ ਨਾਲ ਨਹੀਂ?
ਬਿਲਕੁਲ ਠੀਕ ਹੈ, ਉਹ ਵੀ ਸਾਹਮਣੇ ਆਣੇ ਬੱਚਾ ਹੁੰਦਾ ਉਹਦੇ ਵੀ ਦਰਜ ਸੱਚਾਈ ਤੇ ਇਹ ਚਾਹੀਦਾ ਸੀ ਨਾ, ਇਨਸਾਫ ਤੇ ਤਦ ਹੁੰਦਾ ਸੀ ਵੀ ਉਹਨਾਂ ਦੇ ਵੀ ਨਾਲ ਹੁੰਦਾ, ਸ਼ੁਰੂ ਤੋਂ ਉੱਥੋਂ ਹੁੰਦਾ ਕੰਮ ਸਾਰਾ। ਹਾਂ ਬਿਲਕੁਲ ਠੀਕ ਹੈ। ਜਿਹੜਾ ਰੂਟ ਕਾਜ ਉਹਨਾਂ ਦੀ ਛੱਡਦਾ ਤੇ ਜਿਹੜੇ ਘਬਲੇ ਕਰਨ ਨੂੰ ਫੜ ਲਏ ਤੇ ਜਿਹੜੇ ਜਿਨ੍ਹਾਂ ਨੂੰ ਹਿੱਸਾ ਦਿੰਦੇ ਸੀ ਉਹ ਕਿਹਨੂੰ ਦਿੰਦੇ ਸੀ, ਬਿੱਲ ਕਿੱਦਾਂ ਪਾਸ ਹੁੰਦੇ ਸੀ। ਇਹਨਾਂ ਕੋਲ ਤੇ ਇਹ ਚਾਹੀਦਾ ਵੀ ਜਿੱਥੇ ਕੇਸ ਰਜਿਸਟਰਡ ਕੀਤਾ ਇਹਨਾਂ ਕੋਲ ਰਿਕਵਰੀ ਵੀ ਹੋਣੀ ਚਾਹੀਦੀ ਆ ਪੈਸੇ ਦੀ। ਜਿਹੜਾ ਇਹਨਾਂ ਨੇ ਸਰਕਾਰ ਕੋਲ ਚੂਨਾ ਲਾਇਆ 2 ਨੰਬਰ ਦੇ ਪੈਸਿਆਂ ਦਾ, ਉਹਦੀ ਰਿਕਵਰੀ ਹੋਣੀ ਚਾਹੀਦੀ ਆ। ਰਿਕਵਰੀ ਤਾਂ ਹੁੰਦੀ ਨਹੀਂ, ਰਿਕਵਰੀ ਹੁੰਦੀ ਨਹੀਂ। ਤੇ ਇੱਥੋਂ ਵੇਖ ਲਓ ਵੀ ਮੈਡੀਕਲ ਮਾਫੀਆ ਦੀਆਂ ਜੜ੍ਹਾਂ ਕਿੰਨੀਆਂ ਹੈਗੀਆਂ। ਫਿਰ ਵੀ ਮੈਂ ਕਹਿੰਦਾ ਵੀ ਜਿਹੜੇ ਆ ਬਰਗੇਡੀ ਰੂਪਾ ਦੇ ਆਏ ਉਹ ਪ੍ਰਸ਼ੰਸਾ ਦੇ ਪਾਤਰ ਆ ਵੀ ਉਹਨਾਂ ਨੇ ਫਿਰ ਵੀ ਇੱਕ ਕੋਸ਼ਿਸ਼ ਤੇ ਕੀਤੀ ਇਹਨਾਂ ਦੇ ਖਿਲਾਫ FIR ਕਰਾਉਣ ਦੀ। ਅਜੇ ਤੱਕ ਜਾਗਿਆ ਕੋਈ ਨਹੀਂ, ਬਿਲਕੁਲ ਠੀਕ ਅਜੇ ਤੱਕ ਕੋਈ ਜਾਗਿਆ ਨਹੀਂ, ਇਹਨਾਂ ਨੂੰ ਹੱਥ ਨਹੀਂ ਪਾ ਰਿਹਾ। ਫਿਰ ਵੇਖੋ ਵੀ ਪੁਲਿਸ ਨੇ ਜਿਹਨਾਂ ਨੂੰ ਕਹਿਤਾ ਵੀ ਇਹ ਜਿਹੜੇ ਹੈਗੇ ਬੇਗੁਨਾਹ ਵਾ, ਪਰ ਆਰਮੀ ਇਹਨਾਂ ਨੂੰ ਬੇਗੁਨਾਹ ਨਹੀਂ ਮੰਨ ਗਈ। ਆਰਮੀ ਨੇ ਫਿਰ ਵੀ ਡੀਮ ਪੈਨਲ ਕਰਤੇ ਸਾਰੇ ਦੇ ਸਾਰੇ ਡੀਐਮ ਪੈਨਲ ਕਰਦੇ ਸਭ। ਇਹਦਾ ਮਤਲਬ ਇੱਕ ਬੰਦਾ ਤੇ ਝੂਠ ਬੋਲਣ ਡਿਆ, ਜਾਂ ਪੁਲਿਸ ਝੂਠ ਬੋਲਦੀ ਜਾਂ ਆਰਮੀ। ਤੇ ਜੇ ਪੁਲਿਸ ਨੂੰ ਲੱਗਦਾ ਵੀ ਆਰਮੀ ਨੇ ਗਲਤ ਬੱਚਾ ਦੇਣਾ ਤੇ ਜਿਹੜਾ ਪੁਲਿਸ ਨੂੰ ਗਲਤ ਦਰਾ ਦੇਵੇ ਗਲਤ, ਇਹ ਤੋਂ 182 ਦਾ ਬੱਚਾ ਦਰਜ ਕਰਦੇ, ਫਿਰ ਆਰਮੀ ਦੇ ਘਰਿਆਂ ਦੇ ਕੇਸ ਰਜਿਸਟਰ ਕਰ ਦੇਣ। ਬਿਲਕੁਲ ਠੀਕ ਹੈ, ਲੋਕਾਂ ਸਾਹਮਣੇ ਸੱਚਾਈ। ਆਹੋ, ਤੇ ਜੇ ਪੁਲਿਸ ਗਲਤ ਆ ਤੇ ਆਰਮੀ ਦੇ ਘਰਿਆਂ ਚਾਹੀਦਾ ਇਹਨਾਂ ਪੁਲਿਸ ਵਾਲਿਆਂ ਦੇ ਉੱਤੇ ਕੇਸ ਰਜਿਸਟਰ ਕਰਾ ਦੇਣ। 120 ਵੀ ਇਹਨਾਂ ਦੇ ਵੀ ਬਣਦੀ ਨਾ। ਫਿਰ ਜਿਹੜਾ ਗੁਨਾਹਗਾਰ ਨੂੰ ਬਚਾ ਰਿਹਾ 120 ਉਹ ਤੇ ਵੀ ਬਣਦੀ ਆ। ਬਿਲਕੁਲ ਠੀਕ ਆ, ਜਿਹੜੇ ਇਹਨਾਂ ਚ ਬੇਗੁਨਾਹ ਉਹਨਾਂ ਨੂੰ ਛੱਡ ਦਿਓ ਜੀ, ਤੇ ਜਿਹੜੇ ਗੁਨਾਹ ਕਰਨ ਉਹਨਾਂ ਨੂੰ ਤਾਂ ਫੜ ਲਓ। ਇੱਕ ਬੰਦਾ ਹੀ ਸਿਰ ਫੜਿਆ ਨੀਲਕੰਠ ਜਾਂ ਇੱਕ ਦੋ ਹੋਰ ਬੰਦੇ ਫੜੇ, ਬਾਕੀ ਵਿਚਾਰੇ ਕਿਸੇ ਨੇ ਫੜੇ ਨਹੀਂ। ਉਹਨਾਂ ਨੂੰ ਮੌਕੇ ਦੇ ਤੇ ਜਾਓ ਜ਼ਮਾਨਤਾਂ ਕਰਾ ਲਓ, ਕੋਰਟ 'ਚ ਹੋ ਗਿਆ। 10 ਮਹੀਨੇ ਹੋ ਗਏ, ਅਜੇ ਤੱਕ ਪਬਲਿਕ ਨੂੰ ਇਹ ਪਤਾ ਹੀ ਨਹੀਂ ਵੀ ਇਨਕੁਆਇਰੀ ਦਾ ਬਣਿਆ ਕੀ ਹੈ। ਇਹਨੂੰ ਇਦਾਂ ਹੀ ਠੰਡੇ ਬੱਤੇ 'ਚ ਪਾ ਦੇਣਾ, ਲੋਕਾਂ ਭੁੱਲ ਭੱਲ ਜਾਣਾ। ਉਹਨੇ ਚ ਨਵੇਂ ਸਕੈਂਡਲ ਆ ਜਾਂਦੇ ਆ, ਲੋਕਾਂ ਦਾ ਧਿਆਨ ਉਧਰ ਹੋ ਜਾਂਦਾ। ਜਿੱਦਾਂ ਸਿੱਧੂ ਤੇ ਗੈਟੂ ਸਾਹਿਬ ਦੀ ਲੜਾਈ ਆ, ਉਹ ਸਾਰੇ ਧਿਆਨ ਉਧਰ ਹੋ ਗਿਆ, ਇਹਨੂੰ ਭੁੱਲ ਗਏ ਲੋਕੀ। ਇਹ ਤੇ ਫਿਰ ਵੀ ਤੁਹਾਡੇ ਬੜਾ ਬੜਾ ਧੰਨਵਾਦ ਆ ਵੀ ਤੁਸੀਂ ਲੋਕਾਂ ਨੂੰ ਯਾਦ ਕਰਾਉਂਦੇ ਜੇ, ਸਰਕਾਰ ਨੂੰ ਜਾਣਦੇ ਵੀ ਜਾਗੋ ਵੀ ਜਾਗ ਜਾਓ। ਬੜਾ ਵੱਡਾ ਘਪਲਾ ਜੇ, ਕਰੋੜਾਂ ਅਰਬਾਂ ਦਾ ਘਪਲਾ ਜੇ, ਇਹ ਤੇ ਜਾਗੋ। ਇਹ ਤੇ ਇੱਕ ਨਿੱਕੀ ਜੀ ਲਾਈਨ ਆ ਮਾਫੀਆ। ਤੇ ਜਿਹੜਾ ਇਮਿਊਨੇਸ਼ਨ ਖਰੀਦਦੇ ਆ, ਟੈਂਕ ਖਰੀਦਦੇ ਆ, ਜਹਾਜ਼ ਖਰੀਦਦੇ ਆ, ਉਹ ਚ ਕਿਹੜਾ ਵੱਡਾ ਘਪਲਾ ਹੋਊਗਾ। ਜੇ ਇੱਥੇ ਘਪਲਾ ਕਰ ਸਕਦੇ ਆ, ਜੇ ਆਰਮੀ 'ਚ ਭ੍ਰਿਸ਼ਟਾਚਾਰ ਫੈਲ ਗਿਆ ਨਾ ਤੇ ਸਮਝੋ ਮੁਲਕ ਦਾ ਬੇੜਾ ਗਰਕ ਹੋ ਜਾਊਗਾ। ਮੁਲਕ ਬਚਿਆ ਅਜੇ ਤੱਕ ਤੇ ਆਰਮੀ 'ਚ ਲੋਕੀ ਕਹਿੰਦੇ ਆ ਵੀ ਵਿਸ਼ਵਾਸ ਕਰਦੇ ਯਾਰ ਆ ਫੌਜੀ ਭਾਈ ਬੈਠਾ ਚਾਹੀ ਸੇਫ ਆ। ਤੇ ਜੇ ਫੌਜ ਦੇ ਵਿੱਚ ਹੀ ਕਰਪਸ਼ਨ ਆ ਜੂਗੀ ਤੇ ਫਿਰ ਸੇਫਟੀ ਕਿੱਥੇ ਹੋਊਗੀ। ਇਸ ਕਰਕੇ ਇਹ ਕੋਰਟ ਨੂੰ ਚਾਹੀਦਾ ਵੀ ਜੇ ਸਰਕਾਰ ਨਹੀਂ ਨਾ ਕੁਝ ਕਰਦੀ, ਜਿੱਦਾਂ ਸੁਪਰੀਮ ਕੋਰਟ ਦਾ ਹਾਈ ਕੋਰਟ ਸੂਓ ਮੋਟੋ ਲੈਂਦੇ ਆ, ਸੂਓ ਮੋਟੋ ਲੈ ਕੇ ਤੇ ਇਹਦੀ CBI ਇਨਕੁਆਇਰੀ ਮਾਰ ਕਰ ਦੇਣੀ ਚਾਹੀਦੀ, ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ। ਇਹ ਚੀਜ਼ਾਂ ਨੂੰ ਜਿਹੜੇ ਲੀਡਰ ਜਾਂ ਜਿਹੜੇ ਕੋਈ ਪੁਲਿਸ ਅਫਸਰ ਜਾਂ ਜਿਹੜੇ ਆਰਮੀ ਅਫਸਰ ਬਚਾਉਂਦੇ ਆ, ਉਹ ਵੀ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ। ਅੱਛਾ ਸ਼ਰਮਾ ਜੀ, ਇੱਕ ਬੜਾ ਕਨਸਪੀਰੇਸੀ ਹੈ। ਦੇਖੋ ਦਿੱਲੀ 'ਚ ਇੱਕ ਪੇਪਰ 'ਚ ਖਬਰ ਛਪਦੀ ਹੈ, ਉਹ 'ਚ ਦੱਸਿਆ ਜਾਂਦਾ ਹੈ ਵੀ ਇਹ ਸਾਡੇ ਕੋਲ ਉਹ ਖਬਰ ਦੀ ਕਟਿੰਗ ਵੀ ਮੌਜੂਦ ਹੈ ਕਿ ਇਹ ਐਡਾ ਵੱਡਾ ਮਾਫੀਆ ਹੈ ਵੀ ਇਹਦੇ ਵਿੱਚ ਕਈ ਮੰਤਰੀਆਂ ਦੇ ਰਿਸ਼ਤੇਦਾਰ, ਜਿਵੇਂ ਤੁਸੀਂ ਕਿਹਾ ਵਾਈਟ ਕਾਲਰ ਕ੍ਰਾਈਮ ਹੈ, ਕਈ ਨੇਤਾਵਾਂ ਦੇ ਰਿਸ਼ਤੇਦਾਰ ਵੀ ਇਹਨਾਂ ਤੇ ਜੇ ਅਸੀਂ ਕਾਰਵਾਈ ਕਰਨਾ ਚਾਹੁੰਦੇ ਵੀ ਹਾਂ, ਚਾਹ ਕੇ ਵੀ ਕੋਈ ਕਾਰਵਾਈ ਇਹਨਾਂ ਤੇ ਨਹੀਂ ਕਰ ਪਾਉਂਦੇ। ਤੇ ਕਿਆ ਤੰਤਰ ਇਹਨਾਂ ਦੇ ਅੱਗੇ ਕਮਜ਼ੋਰ ਹੋ ਗਿਆ? ਵੇਖੋ ਜੀ, ਨਰਿੰਦਰ ਮੋਦੀ ਜੀ ਬਹੁਤ ਸਟਰੋਂਗ ਪ੍ਰਧਾਨ ਮੰਤਰੀ ਆ। ਜਿੱਦਣ ਉਹਨਾਂ ਦੇ ਦਿਮਾਗ 'ਚ ਆ ਗਿਆ ਵੀ ਇਹ ਘਪਲਾ ਹੈਗਾ, ਉਦੋਂ ਉਹ ਧੋਣ ਮਰੋੜ ਦੇਣਗੇ, ਉਹਨਾਂ ਦੀ ਛੱਡਦੇ ਨਹੀਂ। ਮੈਂ ਤੁਹਾਡੀ ਗੱਲ ਮੰਨਦਾ। ਮੈਂ ਤੁਹਾਨੂੰ ਅੱਗੇ ਦੱਸਿਆ ਵੀ ਜਿਹੜਾ ਵਾਈਟ ਕਲਰ ਦਾ ਕ੍ਰਾਈਮ ਆ, ਮੈਡੀਕਲ ਮਾਫੀਆ, ਇਹਦੀਆਂ ਜੜ੍ਹਾਂ ਬਹੁਤ ਹੀ ਉੱਚੇ ਤੱਕ ਆ। ਇਹ ਪੈਸੇ ਥੱਲੇ ਤੋਂ ਲੈ ਕੇ ਆਉਂਦੇ ਅਸੀਂ ਦਿੱਲੀ ਤੱਕ ਪੈਸੇ ਦਿੰਦੇ ਆ। ਤੇ ਇੱਥੇ ਵੇਖੋ ਵੀ ਇੱਕ ਡਾਕਟਰ ਨੇ ਇੱਥੋਂ ਇੱਕ ਹਸਪਤਾਲ ਖਰੀਦ ਲਿਆ, ਇੱਥੋਂ ਪੈਸੇ ਇਕੱਠੇ ਕਰਕੇ। ਆਹੋ, ਉਹ ਹਸਪਤਾਲ ਚੋਂ ECHS ਚੱਲਣ ਦੀ ਆ। ਮਤਲਬ ਜਦ ਕਿ ਹੋਣਾ ਕੀ ਆਰਮੀ ਵਾਲੇ ਨਹੀਂ ਪਤਾ ਵੀ ਇੱਕ ਬੰਦੇ ਦਾ ਡੀਮ ਪੈਨਲ ਕੀਤਾ, ਉਹ ਇੱਕ ਹਸਪੀਟਲ ਖਰੀਦ ਕੇ ਉਹਨੂੰ ਲੈ ਕੇ ਕਿਸੇ ਦੇ ਨਾਂ ਦੇ ਉੱਤੇ ਚਲਾਣ ਡਿਆ ਤੇ ਉਹ ਤੇ ECHS ਧੜਾ ਧੜ ਚੱਲਣ ਦੀ ਆ। ਇੱਕ ਹੋਰ ਹਸਪੀਟਲ ਹੈ ਜਿਹਦੇ ਤੇ ਜੀਵਨ ਜੋਤ, ਉਹਦੇ ਕੋਲ ਵੀ ਇੱਕ ਹਸਪੀਟਲ ਲਗਾਇਆ, ਉਹ ਵੀ ਆਪਣਾ ਹਸਪਤਾਲ ਚਲਾਣ ਡਿਆ, ਉਹ ਵੀ ਚਲਾਣ ਡਿਆ। ਮਤਲਬ ਦੋ ਹਸਪਤਾਲ ਚੱਲਣ ਡਿਆ। ਜਦ ਕਿ ਹੋਣਾ ਇਹ ਚਾਹੀਦਾ ਹੈ ਵੀ ਜਿਹੜਾ ਬੰਦਾ ਇਹਦੇ 'ਚ ਦੋਸ਼ੀ ਪਾਇਆ ਗਿਆ, ਉਹਦੇ ਨਾਮ ਤੇ ਜਾਂ ਉਹਦੇ ਪਰਿਵਾਰ ਦੇ ਕਿਸੇ ਸਦੱਸਿਆ ਦੇ ਨਾਂ ਤੇ ਆਰੋਪੀ ਹੈ ਜਿਹੜਾ ਵੀ, ਕੋਈ ਵੀ ਹਸਪੀਟਲ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜਿਸੇ ਸਕੀਮ ECHS ਜਾਂ ਕੋਈ ਵੀ ਸਰਕਾਰੀ ਸਕੀਮ ਦਿੱਤੀ ਜਾਵੇ। ਕਿਉਂਕਿ ਦੇਖੋ ਨਾ, ਜਿਹਨੇ ਇੱਕ 'ਚ ਘਪਲਾ ਕੀਤਾ ਉਹ ਦੂਜੇ 'ਚ ਵੀ ਘਪਲਾ ਕਰੇਗਾ। ਬਿਲਕੁਲ, ਇਹਨਾਂ ਦੇ ਬੈਨ ਲਾ ਦੇਣਾ ਚਾਹੀਦਾ ਸਰਕਾਰੀ ਸਕੀਮਾਂ ਸਾਰੀਆਂ ਦਾ ਹੀ, जिन चर तक ये बेगुनाह साबित नहीं होंगे। देखिए, इन्होंने बड़ी अच्छी बात कही है कि ये जो लोग हैं, सरकार जब अगर ये सरकार इसमें भ्रष्टाचार रोकना चाहती है तो इससे पहले जो पॉलीक्लिनिक से मरीज को रेफर किया जाता है किसी भी हॉस्पिटल में, पहले उसे डिस्ट्रिक्ट हॉस्पिटल में, फिर अगर वहाँ पर टर्शरी केयर सेंटर है, जहाँ पर अगर अमृतसर में हम बात करें गुरु नानक देव हॉस्पिटल है वहाँ पर, और जहाँ पर ESI के हॉस्पिटल है वहाँ पर रेफर होने चाहिए, मरीजों का इलाज वहाँ हो, जिस तरह के आयुष्मान में हो रहा है। आयुष्मान में भी ऐसे होता है, पहले ये सरकारी अस्पतालों में जाते हैं और क्योंकि सरकार के ये आदेश हैं भी ये पैसा
सरकार के खाते में वापस आ जाए, किसी निजी जेबों में न जाए। क्योंकि ये जो इतना बड़ा मामला हो रहा है, हमारी समझ से तो परे है। अभी सरकारें इस पर कड़ा संज्ञान आखिरकार क्यों नहीं ले रही हैं? इसके पीछे कौन लोग हैं जो ये सामने दूध का दूध पानी का पानी नहीं होने देना चाहते हैं? हमारी जानकारी के मुताबिक जो जहां पर जो हॉस्पिटल थे उन लोगों की ओर से भी, जिस तरह ये अभी चंडी मंदिर के तहत आता है मोहाली का एक ये ग्रेशियन हॉस्पिटल, जिस तरह वहां पर फॉर्जरी हुई है, जाली दस्तावेज, जाली जो स्टैंपें बना रखी थी, ये हम नहीं कह रहे, आर्मी कह रही है, आर्मी की FIR कह रही है, और डीए लीगल से ओपिनियन लेने के बाद ही मोहाली पुलिस की ओर से मामला दर्ज किया गया है। वैसा ही यहां पर भी हुआ है। वो कौन लोग हैं जो देश की जड़ों को खोखला कर रहे हैं और टैक्स का पैसा खा रहे हैं? यदि इन पर कार्रवाई नहीं होती तो उन अधिकारी जो ईमानदार अधिकारी हैं, जैसे कि हमने आपको बताया जलंधर में एक अधिकारी बैठे हुए थे जिनका माथा ठनका था, जिन्होंने खुद ही ये मामले की इंक्वायरी करने के आदेश दिए थे, तो ऐसे अधिकारियों को भी मनोबल कहीं ना कहीं गिरता है। हम आपको ये भी बता दें कि साबका संघर्ष सैनिक कमेटी जो है, साबका सैनिक संघर्ष कमेटी, उनके सदस्यों की ओर से भी कई बार यह मांग की जा चुकी है कि मामला CBI को सौंप देना चाहिए, क्योंकि इसमें हर बंदा इन्वॉल्व है। पॉलीक्लिनिक की डॉक्टर की भर्ती तो होती है 1 साल के लिए, लेकिन वहां पर मठाधीश कई सालों तक बैठे रहते हैं। और हमारी यह भी जानकारी है हमारे पास कि कुछ लोग ऐसे हैं जिन्हें निकाल दिया जाता है, लेकिन वो किसी दूसरी जगह सेटिंग करके फिर से लग जाते हैं। और चंडीगढ़ में चंडी मंदिर में ही एक हमारे पास भी वो शिकायत आई है, जिसमें उस लोगों ने ये लिखा है कि यदि हम इस भ्रष्टाचार को उजागर करने की कोशिश करते हैं तो जो भ्रष्ट अधिकारी इसमें बैठे हुए हैं वो हमें जीने नहीं देते, यानी कि उनको भी हटा दिया जाता है सबसे पहले जो भी वहां पर आता है। और हमें यह भी जानकारी मिली है पॉलीक्लिनिक के कई डॉक्टरों की जो स्टाफ वहां पर बैठा हुआ है, उनकी ओर से पहले ही कोर्ट से स्टे लिया गया है कि हमें हो सकता है कि 1 साल बाद अगर हटा दिया जाए तो हम स्टे लेकर वहां अपने बैठ रहे हैं, क्योंकि मामला करोड़ों रुपए का है और एक एक बंदा करोड़ों रुपए हर महीने के कमा रहा है। हम फिर चलेंगे अपने एडवोकेट MK शर्मा के पास। शर्मा जी, ਤੁਹਾਨੂੰ ਕੀ ਲੱਗਦਾ ਇਹਦੇ ਚ ਹੋਰ ਕੀ ਹੋ ਸਕਦਾ ਹੈ ਤੇ ਜਾਂ ਹੋਣਾ ਚਾਹੀਦਾ ਹੈ, ਜਾਂ ਕਿਸੇ ਨੂੰ ਜਿਵੇਂ ਤੁਸੀਂ ਪਿਛਲੀ ਵਾਰੀ ਕਿਹਾ ਸੀ ਇਹਨੂੰ ਹਾਈ ਕੋਰਟ ਚ ਅਸੀਂ ਜਾਵਾਂਗੇ, PIL ਪਾਵਾਂਗੇ, ਤੇ ਕਿਆ ਤੁਹਾਨੂੰ ਲੱਗਦਾ ਕਿ PIL ਪਾਉਣ ਚ ਹੁਣ ਦੇਰੀ ਨਹੀਂ ਕਰਨੀ ਚਾਹੀਦੀ? ਦੇਖੋ ਇੰਝ ਹੈ ਕਿ ਇਹਨਾਂ ਦੇ ਤੱਥਾਂ ਦੇ ਬੇਸਿਸ ਤੇ ਜਦੋਂ ਲੈਬੋਰਟਰੀ ਦੇ ਵਿੱਚੋਂ ਵੀ ਆ ਗਿਆ, ਸਭ ਕੁਝ ਆ ਗਿਆ, ਅੰਮ੍ਰਿਤਸਰ ਵਾਲਿਆਂ ਨੂੰ ਵੀ ਇਹ ਜਿਹੜੀਆਂ CFSL ਦੀਆਂ ਜਿਹੜੀਆਂ ਨੇ ਨਾ ਸਰਵਿਸਿਜ਼, ਜਾਂ ਜਿਹੜੀਆਂ ਸਾਡੀਆਂ ਹਰ ਸਟੇਟ 'ਚ ਵੀ ਹੁੰਦੀਆਂ ਨੇ ਫੋਰੈਂਸਿਕ ਆਪਣਾ ਸਾਇੰਸ ਲੈਬੋਰੇਟਰੀਜ਼, ਉਹਨਾਂ ਦੀ ਮਦਦ ਲੈ ਕੇ ਔਰ ਇਹ ਸਾਰੇ ਮਾਮਲੇ ਜਿੰਨੇ ਆਲਰੇਡੀ ਇਨਵੈਸਟੀਗੇਸ਼ਨ 'ਚ ਚੱਲ ਰਹੇ ਨੇ, 10 ਮਹੀਨੇ ਤਾਂ ਪਹਿਲੇ ਹੋ ਗਏ ਨਹੀਂ ਜਿਹੜੇ ਚੱਲ ਰਹੇ ਨਹੀਂ, ਇਹਦੇ ਵਿੱਚ ਕੀ ਹੈ ਕਿ ਹੋ ਸਕਦਾ ਹੈ 2-3 ਦਿਨਾਂ ਤੱਕ ਕਮਿਸ਼ਨਰ ਸਾਹਿਬ ਨੂੰ ਜੇ ਤੁਹਾਡੀ ਮੁਲਾਕਾਤ ਹੁੰਦੀ ਹੈ ਤੁਸੀਂ ਮਿਲ ਲਓ, ਨਹੀਂ ਤਾਂ ਮੈਂ ਤੇ ਜਾਣਾ ਹੀ ਜਾਣਾ ਉਹਨਾਂ ਕੋਲ। ਮੇਰੀ ਤੇ ਡਿਫੈਂਸ ਮਿਨਿਸਟਰ ਜਿਹੜੇ ਉਹਨਾਂ ਨਾਲ ਵੀ ਮੀਟਿੰਗ ਦਾ ਪ੍ਰੋਸੈਸ ਚੱਲ ਰਿਹਾ ਐਂਡ ਵੈਰੀ ਸੂਨ ਮੇਰਾ ਖਿਆਲ ਹੈ ਕਿ ਮੇਰੀ ਉਹਨਾਂ ਨਾਲ ਮੀਟਿੰਗ ਹੋਏਗੀ ਔਰ ਮੇਰਾ ਮੀਟਿੰਗ ਦੇ ਵਿੱਚ ਉਹਨਾਂ ਨੂੰ ਇਹੋ ਕਹਿਣਾ ਸਿੱਧਾ ਕਿ ਇਹ ਜਿਹੜਾ ਲੂਪ ਹੋਲ ਜਿਹਦੀ ਡਿਸਐਡਵਾਂਟੇਜ ਲੈ ਕੇ ਹੈਵੀ ਗੇਨਸ ਜਿਹੜੇ ਲੈ ਰਹੇ ਨੇ ਵਾਈਟ ਕਾਲਰ ਜਿਹੜੇ ਵੀ ਮਾਫੀਆ, ਸ਼ਰਮਾ ਜੀ ਨੇ ਬੜਾ ਵਧੀਆ ਸਹੀ ਨਾਂ ਦੇਤਾ, ਔਰ ਉਹਨਾਂ ਤੇ ਕੰਟਰੋਲ ਕਰਨ ਲਈ, ਕਾਬੂ ਕਰਨ ਲਈ, ਦੇਖੋ ਆਰਮੀ ਵਾਲਿਆਂ ਦੀਆਂ ਵੀ ਲਿਮਿਟੇਸ਼ਨਸ, ਰਿਸਟ੍ਰਿਕਸ਼ਨਸ ਨੇ, ਉਹਨਾਂ ਕੋਲ ਕੋਈ ਵਿਜੀਲੈਂਸ ਦਾ ਸੈਪਰੇਟ ਡਿਪਾਰਟਮੈਂਟ ਨਹੀਂ, ਉਹਨਾਂ ਕੋਲ ਕੋਈ ਆਪਣਾ ਆਡਿਟਿੰਗ ਦਾ ਪੂਰਾ ਤੰਤਰ ਹੈ ਉਹਨਾਂ ਕੋਲ, ਇੱਕ ਜੇ ਚਾਹਣ ਤੇ ਕੀ ਨਹੀਂ ਹੋ ਸਕਦਾ? ਨਹੀਂ, ਉਹਦੇ ਵਿੱਚ ਕੀ ਹੈ ਕਿ ਉਹ ਡਿਵੈਲਪ ਕਰ ਸਕਦੇ, ਜੇ ਨਹੀਂ ਤਾਂ ਉਹਨਾਂ ਲਈ ਕੀ ਹੈ? ਦੇਖੋ ਆਰਮੀ ਦੇ ਕੋਲ ਇੰਨਾ ਇਨਫਰਾਸਟ੍ਰਕਚਰ ਹੈ, ਇੰਨੀਆਂ ਫੈਸਿਲਿਟੀਜ਼ ਹੈ, ਇੰਨੀ ਮੈਨ ਪਾਵਰ ਹੈ ਕਿ ਉਹ ਕਿਸੇ ਵੀ ਚੀਜ਼ ਨੂੰ ਕਾਬੂ ਕਰ ਲਈ, ਇੰਨੇ ਇੰਟੈਲੀਜੈਂਟ ਬ੍ਰੇਨਸ ਨੇ, ਉਹਨਾਂ ਲਈ ਕੋਈ ਵੱਡੀ ਗੱਲ ਨਹੀਂ, ਲੇਕਿਨ ਇਹਦੇ ਵੱਲ ਉਹਨਾਂ ਦਾ ਕਦੀ ਧਿਆਨ ਹੀ ਨਹੀਂ ਗਿਆ। ਸੋ ਇਸ ਕਰਕੇ ਇਹਦੇ ਵਿੱਚ ਰਾਜਨਾਥ ਸਿੰਘ ਜੀ ਹੋਰਾਂ ਨਾਲ ਜਾਂ ਈਵਨ ਜੇ ਮੋਦੀ ਸਾਹਿਬ ਦੇ ਨਾਲ ਵੀ ਮੁਮਕਿਨ ਹੋ ਪਾਇਆ ਤਾਂ ਉਹਨਾਂ ਨੂੰ ਇਹ ਸਾਰੇ ਤੱਥ ਜਿਹੜੇ ਸਾਹਮਣੇ ਰੱਖ ਕੇ, ਕਿਉਂਕਿ ਇਹ ਜਿਹੜੀ ਸੋਲਿਊਸ਼ਨ ਹੈ ਇਹ ਸਿਰਫ ਅਸੀਂ ਅੰਮ੍ਰਿਤਸਰ ਲਈ ਨਹੀਂ ਕਰਨੀ ਜਾਂ ਸਿਰਫ ਪੰਜਾਬ ਲਈ ਨਹੀਂ ਕਰਨੀ, ਇਹ ਪਹਿਲੇ ਦਿਨ ਤੋਂ ਤੁਹਾਨੂੰ ਕਿਹਾ ਦਾ ਕਿ ਇਹ ਰਾਸ਼ਟਰੀ ਮੁੱਦਾ ਹੈ ਔਰ ਆਪਣੇ ਰਾਸ਼ਟਰ ਲਈ ਸਾਡਾ ਇੱਕ ਕਰਤੱਵ ਬਣਦਾ ਕਿ ਅਸੀਂ ਰਾਸ਼ਟਰ ਲਈ ਜਿਹੜਾ ਇਹ ਜੇ ਕੋਈ ਚੀਜ਼ ਅਨਹੋਣੀ ਹੋ ਰਹੀ ਹੈ ਉਹਨੂੰ ਅਸੀਂ ਇਨਫੋਰਮੇਸ਼ਨ 'ਚ ਲਿਆਈਏ ਉਹਨਾਂ ਦੀ ਹਾਇਰ ਅਥਾਰਟੀਜ਼ ਦੇ ਵਿੱਚ, ਤਾਂ ਕਿ ਇਹਦੇ ਲਈ ਕੋਈ ਨਾ ਕੋਈ ਜਿਹੜਾ ਸਿਸਟਮ ਜਿਹੜਾ ਬਣ ਸਕੇ। ਅੱਛਾ ਸ਼ਰਮਾ ਜੀ, ਇੱਥੇ ਤਾਂ MD ਉਪਾਧਿਆਏ ਵੱਲੋਂ ਮਾਮਲਾ ਦਰਜ ਕਰਾ ਜੀ, ਇੱਥੇ ਕਿਹੜੇ ਕੈਪਟਨ ਨੇ ਜਿਨ੍ਹਾਂ ਦਾ ਨਾਮ ਹੈ? ਜਿਨ੍ਹਾਂ ਵੱਲੋਂ ਕੈਪਟਨ ਸੌਰਭ ਨੇ, ਮੇਰੇ ਖਿਆਲ ਕੈਪਟਨ ਸੌਰਭ ਸੀ। ਔਰ ਇੱਕ ਚੀਜ਼ ਹੋਰ ਹੈ, ਇਹ ਆਫੀਸ਼ੀਅਲੀ ਆਰਮੀ ਵੱਲੋਂ ਜਿਹੜਾ ਕੀਤਾ ਗਿਆ ਨਹੀਂ, ਪਰ ਉਸ ਤੋਂ ਬਾਅਦ DA ਲੀਗਲ ਦੀ ਰਾਏ ਲਈ ਹੈ ਪੁਲਿਸ ਨੇ।
ਉਸ ਤੋਂ ਬਾਅਦ ਇਹਨਾਂ ਨੇ ਤਾਂ ਕਿਹਾ ਸੀ 420 ਦਾ ਪਰਚਾ ਦਰਜ ਕਰੋ, ਬਟ ਉਹਦੇ 424 ਨਹੀਂ ਲਗਾਈ ਹੈ ਪੁਲਿਸ ਨੇ। ਉਹਦੇ ਨੈਕਸਟ ਕਾਪੀ ਹੈਗੇ, ਕਿਉਂਕਿ ਦੇਖੋ ਇਹ ਨਾ ਸਾਨੂੰ ਦਸਤਾਵੇਜ਼ ਵੀ ਜਿਹੜੇ ਆਉਂਦੇ ਆ ਨਹੀਂ, ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ, ਉਹਦੇ 'ਚ ਤਕਰੀਬਨ ਇੰਝ ਹੀ ਹੁੰਦਾ ਕਿ ਜਦੋਂ ਇਹੋ ਜਿਹੇ ਕੇਸ ਹੁੰਦੇ ਨੇ ਨਾ, ਉਹਦੇ 'ਚ ਸਸਪੀਸ਼ੀਅਸ ਫੈਕਟਰਸ ਜਦੋਂ ਜ਼ਿਆਦਾ ਇਨਵੋਲਵਡ ਹੋਣ ਤਾਂ ਉਹਦੇ 'ਚ ਡੀਏ ਦੀ ਰਾਏ ਲੈ ਲਈਦੀ ਹੈ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਹ ਤੇ ਜਿਹੜੀਆਂ ਸੈਕਸ਼ਨਸ ਜਿਹੜੇ ਨੇ, ਚਾਰੇ ਸੈਕਸ਼ਨਸ ਇਹ ਤਾਂ ਲੱਗ ਹੀ ਗਏ ਨੇ। ਹੁਣ ਜਦੋਂ ਫਰਦਰ ਇਨਵੈਸਟੀਗੇਸ਼ਨ ਹੋਣੀ ਹੈ ਉਹਦੇ ਵਿੱਚ ਹੋਰ भी कई ਜਿਹੜੇ ਸੈਕਸ਼ਨਸ ਜਿਹੜੇ ਨੇ ਉਹ भी लग सकते हैं ਇਹਦੇ ਵਿੱਚ। अच्छा, एक बात को लेकर मैं बहुत हैरान हूं। कोई छोटी सी बात होती है तो हमारा नेशनल मीडिया हाय तौबा मचाने लगता है, लेकिन ये ECHS के तहत पूरे देश में गोलमाल चल रहा है, लेकिन हमारा नेशनल मीडिया मौन है। क्या उनको कोई सरोकार नहीं है कि हमारे देश में चोरी हो रही है? चोरी क्योंकि हमारी एक सीमित आवाज़ है, हमारी आवाज़ पहुंचती है दिल्ली तक। हम हर न्यूज़ को प्रधानमंत्री नरेंद्र मोदी, राजनाथ सिंह जो डिफेंस मिनिस्टर हैं उन्हें, आर्मी के जो चीफ हैं उन्हें, वित्त मंत्री उन्हें टैग कर देते हैं, लेकिन वो जो दिल्ली में मीडिया बैठा हुआ है उनकी तो रोजाना उनके साथ 1-to-1 होती है, कई बार उनसे मुलाकात भी होती है। वह इस मामले को लेकर क्यों नहीं बोलते? बात फिर चलेंगे दोबारा राकेश शर्मा जी के पास। शर्मा जी, तुसी ਇਹਦੇ ਬਾਰੇ ਕੁਝ ਹੋਰ ਕਹਿਣਾ ਹੋਵੇ। ਡਾਕਟਰ ਸਾਹਿਬ ਤੁਹਾਨੂੰ ਦੱਸਦਾ, ਕੁਝ ਡਾਕਟਰ ਜਿਹੜੇ ਆਰਮੀ ਵਾਲਿਆਂ ਦੀ ਨੌਲੇਜ ਚ ਆ ਜਾਂਦੇ ਵੀ ਇਹ ਭ੍ਰਿਸ਼ਟਾਚਾਰ ਕੱਢਦੇ ਆ, ਜਿੱਦਾਂ ਉਹਨੂੰ ਅੰਮ੍ਰਿਤਸਰ ਦੇ ਵਿੱਚੋਂ ਨੌਕਰੀ ਤੋਂ ਡਿਸਮਿਸ ਕਰ ਦਿੰਦੇ ਆ ਜੀ। ਉਹ ਕੀ ਕਰਦਾ, ਜਾਂ ਗੁਰਦਾਸਪੁਰ ਲੱਗ ਜਾਂਦਾ, ਇੱਥੇ ਵਿਆਸ ਲੱਗ ਜਾਂਦਾ। ਬੜੇ ਇਦਾਂ ਦੇ ਕੇਸ ਆ ਜਿਹੜੇ ਇੱਥੋਂ ਕੱਢੇ ਆ, ਉਹਨਾਂ ਜਾ ਕੇ ਉੱਥੇ ਖੋਲ ਲਿਆ। ਕਈਆਂ ਨੇ ਉਸੇ ਪੋਲੀਕਲੀਨਿਕ ਦੇ ਲਾਗੇ ਆਪਣੇ ਕਲੀਨਿਕ ਖੋਲ ਲਿਆ, ਕਿਉਂਕਿ ਉਹਨਾਂ ਸੈਟਿੰਗ ਹੁੰਦੀ ਆ ਪੋਲੀਕਲੀਨਿਕ ਦੇ ਵਿੱਚ, ਉਹ ਉੱਥੋਂ ਹੀ ਉਹ ਮਾਫੀਆ ਚਲਾਈ ਜਾਂਦੇ ਆ। ਤੇ ਆਰਮੀ ਦੇ ਘਰ ਹੀ ਕੁਝ ਨਹੀਂ ਕਰ ਸਕਦੇ। ਆਰਮੀ ਦੀ ਇੰਟੈਲੀਜੈਂਸ ਹੈਗੀ ਆ, ਇੰਟੈਲੀਜੈਂਸ ਵਿੰਗ ਇਹਨਾਂ ਦਾ ਬਹੁਤ ਤਗੜਾ ਹੁੰਦਾ, ਇਹ ਉਹਦੀ ਸੇਵਾਵਾਂ ਲੈ ਸਕਦੇ ਆ। ਪਰ ਇਹ ਲੈਣਾ ਨਹੀਂ ਚਾਹੁੰਦੇ ਲੱਗਦਾ। ਹੁਣ ਜੇ ਜਿੱਦਾਂ ਇੱਥੇ ਪੁਲਿਸ ਨੇ ਕੱਢਦੇ ਸੀ, ਜੇ ਆਰਮੀ ਨੂੰ ਲੱਗਦਾ ਸੀ ਡੀਮ ਪੈਨਲ ਕੀਤੇ ਆ ਆਰਮੀ ਨੇ ਵੀ ਇਹ ਦੋਸ਼ੀ ਆ, ਤੇ ਆਰਮੀ ਅਧਿਕਾਰੀ ਨੇ ਆਪਣੇ ਡਿਫੈਂਸ ਮਿਨਿਸਟਰ ਨੂੰ ਕਿਉਂ ਨਹੀਂ ਇਨਫਾਰਮ ਕੀਤਾ, ਪ੍ਰਧਾਨ ਮੰਤਰੀ ਸਾਹਿਬ ਨੂੰ ਕਿਉਂ ਨਹੀਂ ਇਨਫਾਰਮ ਕੀਤਾ, ਆਪਣੇ ਡਿਫੈਂਸ ਸੈਕਟਰੀ ਨੂੰ ਕਿਉਂ ਨਹੀਂ ਇਨਫਾਰਮ ਕੀਤਾ, ਡਿਫੈਂਸ ਚੀਫ ਨੂੰ ਕਿਉਂ ਨਹੀਂ ਇਨਫਾਰਮ ਕੀਤਾ? ਉਹਨਾਂ ਨੂੰ ਇਨਫਾਰਮ ਕਰਦੇ ਵੀ ਇਹਦੀ सीबीआई इंक्वायरी कराओ जी। बिल्कुल इनकी बात सही है, सीबीआई डिमांड कर सकती है। ये इनकी बिल्कुल बात ठीक है कि आर्मी खुद डिमांड कर सकती है। जो MD उपाध्याय हैं यहाँ पर, ब्रिगेडियर हैं, हमने कई बार उनसे संपर्क करने की कोशिश की भी क्या जो इंक्वायरी यहाँ पर चल रही है क्या आप उससे सेटिस्फाइड हैं, लेकिन वो हमारा फोन ही नहीं उठाते हैं। एक बार हमने कई बार नंबर बदल कर भी उनसे बात करने की कोशिश की, कई बार उनको मैसेज ड्रॉप किए कि उपाध्याय साहब हम आपसे बात करना चाहते हैं, ये एक बहुत बड़ा जो घपला हो रहा है ये कहाँ तक, अब आपने आगे इस पे क्या किया? लेकिन सभी मौन हैं। इनको किस बात का डर सता रहा है ये समझ से परे है। अब हम एक आप समय तुसी कुछ और कहना चाहो? ਮੈਡੀਕਲ ਮਾਫੀਆ ਦਾ ਇਨੀ ਥ੍ਰੈਟ ਆ ਕਿ ਬ੍ਰਿਗੇਡੀਅਰ ਉਪਾਧਿਆਇ ਸਾਹਿਬ ਡਰੇ ਹੋਏ ਆ। ਉਹਨਾਂ ਨੂੰ ਪਤਾ ਵੀ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਪਹੁੰਚ ਜਿਹੜੀ ਆ ਪਤਾਲ ਤੱਕ ਆ, ਦਿੱਲੀ ਤੱਕ ਆ, ਇਹ ਮੇਰਾ ਨਾ ਕੋਈ ਨੁਕਸਾਨ ਕਰ ਦੇਣ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਉਪਾਧਿਆਇ ਸਾਹਿਬ ਜਾਂ ਉਹਨਾਂ ਦੇ ਆਲੇ ਦੁਆਲੇ ਬੰਦਿਆਂ ਤੇ ਕੋਈ ਰੋਹ ਵੀ ਲਗਾ ਦੇਣੇ, ਕੋਈ ਮਨਗੜੰਤ ਥਿਊਰੀ ਕੱਢ ਕੇ ਉਹਨਾਂ ਉੱਤੇ ਰੋਹ ਵੀ ਲਾ ਦੇਣ ਵੀ ਇਹਨਾਂ ਨੇ ਸਾਡੇ ਕੋਲ ਪੈਸੇ ਦੀ ਡਿਮਾਂਡ ਕੀਤੀ ਹੈ ਜੀ, ਇਹਨਾਂ ਤਾਂ ਤੋੜਤਾ ਜੀ, ਇਹਨਾਂ ਕਰਤਾ। ਉਹ ਤੇ ਆਪ ਪਰੇਸ਼ਾਨ, ਜਿੱਥੋਂ ਤੱਕ ਮੈਨੂੰ ਪਤਾ ਲੱਗਾ ਉਹ ਡਰ ਕੇ ਰਹਿ ਰਿਹਾ। ਆਰਮੀ ਹੈੱਡਕੁਆਰਟਰ ਦੇ ਵਿੱਚ ਆਰਮੀ ਦਾ ਬ੍ਰਿਗੇਡੀਅਰ ਡਰ ਕੇ ਰਹਿ ਰਿਹਾ ਤੇ ਇੱਥੋਂ ਤੱਕ ਵੀ ਤੁਸੀਂ ਆਪ ਦੱਸਣ ਦੇ ਤੁਹਾਡਾ ਫੋਨ ਹੀ ਚੁੱਕ ਰਹੇ, ਮੇਰਾ ਫੋਨ ਨਹੀਂ ਚੱਕਦੇ ਹੋ। ਤੇ ਮੈਡੀਕਲ ਮਾਫੀਆ ਦੀ ਜੜ੍ਹਾਂ ਵੇਖੋ ਕਿੰਨੀਆਂ ਡੂੰਘੀਆਂ। ਇਹ ਤੁਹਾਨੂੰ ਮੈਂ ਜਿਹੜਾ ਦੱਸਿਆ ਨਾ, ਮੈਡੀਕਲ ਮਾਫੀਆ ਬਹੁਤ ਹੀ ਤਗੜਾ, ਇਹਨਾਂ ਦੀ ਬਹੁਤ ਹੀ ਵੱਡੇ ਬੰਦਿਆਂ ਦਾ ਅਪਰੋਚ ਆ। ਕੋਈ ਇਲਾਜ ਕਰਾਉਣਾ, ਜਿੱਦਾਂ ਕੋਈ ਸੁਪਰ ਸਪੈਸ਼ਲ ਡਾਕਟਰ ਕੋਈ ਸੁਪਰ ਸਪੈਸ਼ਲ ਜਾਊਗਾ ਇਲਾਜ ਕਰਾਉਣਾ, ਸੁਪਰ ਹੁੰਦੇ ਕਿੰਨੇ ਕਾ। ਹਾਂ, ਮੈਂ ਤਾਂ ਇੱਥੇ ਵੀ ਇੱਕ ਅਜੇ ਇਨਕੁਆਇਰੀ ਕਰਾਉਣ ਗਿਆ ਕਿ ਸੁਪਰ ਸਪੈਸ਼ਲ ਡਾਕਟਰ ਕਰਕੇ ਗਿਆ ਹਾਂ, ਮੇਰੇ ਮਿੱਤਰ ਸੀ ਵੀ ਮੈਂ ਕਿਹਾ ਯਾਰ ਉਹ ਬੰਦਾ ਏਡਾ ਵੱਡਾ ਕੰਮ ਕਰਨ ਡਿਆ, ਉਹਨੂੰ ਕੀ ਲੋੜ ਆ ਮਾੜੀ ਮਾੜੀ ਗੱਲ ਦੀ ਰਫਰੀਆਂ ਕਰਨ ਵਾਸਤੇ। ਤੇ ਜੇ ਉਹ ਵੇਖੀਦਾ ਵੀ ਇੱਥੇ ਕੀ ਆ, ਲੇਕਿਨ ਇਹਨਾਂ ਦੇ ਵਿੱਚੋਂ ਹੀ ਇੱਕ ਡਾਕਟਰ ਦਾ ਮੈਨੂੰ ਇਹ ਵੀ ਪਤਾ ਲੱਗਾ ਕਿ ਉਹਦੇ ਹਸਪਤਾਲ 'ਚ ਬੰਦੇ ਖੁਸਰੇ ਬਣਾਏ ਜਾਂਦੇ ਆ। ਅੱਛਾ, ਲਿੰਕ ਚੇਂਜ ਕੀਤਾ ਜਾਂਦਾ? ਆਹੋ, ਉਹ ਬੰਦੇ ਨੂੰ ਡੀਮ ਪੈਨਲ ਕੀਤਾ, ਉਹਦੇ ਹਸਪੀਟਲ 'ਚ ਮਜੀਠਾ ਰੋਡ ਤੇ ਹੈਗਾ ਉਹਦਾ ਵੀ ਹਸਪੀਟਲ, ਉਹ ਪਤਾ ਲੱਗਾ ਉੱਥੇ ਖੁਸਰੇ ਹੀ ਬਣਾਏ ਜਾਂਦੇ ਆ। ਓਕੇ, ਇੱਕ ਬਰਾਬਰ ਪ੍ਰਸ਼ਾਸਨ ਦੀ ਨਕਦ ਲਈ ਇਹ ਕੰਮ ਹੋ ਰਿਹਾ, ਪ੍ਰਸ਼ਾਸਨ ਨੂੰ ਨਹੀਂ ਫੜਿਆ। ਖੁਸਰੇ ਤੇ ਬਣੂਗਾ ਨਜਾਇਜ਼ ਬਣਨਾ ਨਾ, ਕਿਸੇ ਦਾ ਲਿੰਕ ਵੱਢਣਗੇ ਤੇ ਫਿਰ ਇਹਨੂੰ ਖੁਸਰਾ ਬਣਾਉਣਗੇ ਨਾ, ਕਿਸੇ ਦਾ ਬੱਚਾ ਗਵਾਹ ਕਰਨਗੇ, ਉਹਦਾ ਲਿੰਕ ਵੱਢਣਗੇ, ਉਹਨੂੰ ਰਲਾਉਣਗੇ ਤੇ ਖੁਸਰੇ ਆਪਣੀ ਗਿਣਤੀ ਵਧਾਉਣ ਦੇ। ਇਹ ਡਾਕਟਰ ਹੋ ਗਏ ਜਿਹੜਾ ਬੰਦਾ ਇਹ ਕੰਮ ਕਰੇ, ਇਹਦੇ ਫਾਇਲ ਲਾ ਦੇਣਾ ਚਾਹੀਦਾ ਹਰ डॉक्टर ਨੂੰ। ये देखिए किस तरह के स्कैंडल चल रहे हैं और हमारे देश के नेताओं का ध्यान किस तरफ है। क्या एक भ्रष्टाचार तक ही सीमित रह गए हैं? अगर आपको आज ध्यान होगा, आज ही
हेडलाइंस छपी हैं अखबारों में कि जो पाकिस्तान में बैठे हैं, जो पंजाब के माहौल को खराब करना चाहते हैं, उन्होंने स्लीपर सेल क्रिएट कर दिए हैं। अब हमें थ्रेट जो है अंदर बैठे लोगों से है, जो तंत्र बिगड़ा हुआ है, भ्रष्टाचार चरम पर है। कोई काम कहीं, ये खुद नेता कहते हैं कि कोई काम बिना पैसे के नहीं होता, भले ही हो कोई किसी की रजिस्ट्री करानी हो या किसी का और कोई काम करवाना हो। तो आखिर इसको रोकना किसने है? हमें भी धमकाने की कोशिश की गई एक व्यक्ति की ओर से, हमारे नोटिस तक हमें भेज दिया गया, तो लेकिन हम डरेंगे नहीं, क्योंकि हमारा मकसद जनता के सामने ये आवाज, ये सच को लाना है कि किस तरह ये चोरी कर रहे हैं। व्हाइट कॉलर जो क्राइम कितना खतरनाक हो चुका है, इनसे रिकवरी नहीं होती। कहीं ना कहीं हमारा मनोबल गिरता तो है, लेकिन हमारे साथ ऐसे बहुत से दोस्त जुड़े हुए हैं जो सारी हमें ये इंफॉर्मेशन देते हैं, और वो दिल्ली तक ये लड़ाई लड़ रहे हैं। हर रोज पत्र लिखे जा रहे हैं। हमारे आज भी एक कर्नल जो है बैठे हुए हैं, कर्नल और ब्रिगेडियर रैंक के अधिकारी हैं, मेरी उनसे फोन पर बात हुई थी। उन्होंने बताया कि उन्होंने हमें इस तरह का आश्वासन भी दिया कि आपको किसी तरह से घबराने की जरूरत नहीं है, हम आपकी मदद करेंगे, हम आपके पीछे बैठे हुए हैं। लेकिन हम कोई भी चीज ऐसी नहीं करते हैं जिसके हमारे पास दस्तावेज मौजूद ना हो। दस्तावेजों के आधार पर ही हम बात करते हैं। लेकिन इसके बाद अगर सरकारें नहीं जागती हैं तो फिर हम भी क्या कर सकते हैं? इसमें मैं एक और ऐड करना चाहूंगा। वर्ष 2018 में अमृतसर के और पंजाब के कुछ अन्य राज्यों के अस्पतालों को भी स्टॉप रेफरल किया गया था, लेकिन बाद में उसे बहाल कर दिया गया। क्यों? पहले तो यह बताना चाहिए आर्मी को कि किसे क्यों स्टॉप रेफरल किया जाता है, इस पर किसी का ध्यान नहीं है। फिर उन्हें क्यों बहाल किया जाता है, इन्होंने क्या गलतियां की, किसी को भी चार्जशीट करना होता है या पुलिस को मामला दर्ज करती है, जिस तरह के अभी ग्रेशियन हॉस्पिटल पर मामला दर्ज हुआ है, तो बताया गया है कि उन्होंने क्या क्या गलतियां की और कैसे जो है ये सरकारी पैसे का गबन किया। हमारा देश गरीब नहीं है, इसको गरीब बनाया जा रहा है, क्योंकि लोग अधिकतर अनपढ़ हैं और गरीबी की रेखा से नीचे रह रहे हैं। आप लोगों को आगे आना होगा, आम जनता को आवाज उठानी होगी। हम चाहते हैं कि आप हमारी आवाज बनिए, लोगों से सवाल पूछिए, जनता से, कि आखिरकार इस पर कार्रवाई क्यों नहीं हुई। शर्मा जी, आप कुछ इसमें कहना चाहें? नहीं, मैं ਭੰਡਾਰੀ ਸਾਹਿਬ एक चीज़ कहना चाहना कि अमूमन साड़ी डिस्कशन होती रहती है कि असी IPC ਦੀਆਂ ਤਾਰਾਂ ਲਾਤੀਆਂ। व्हाट इज़ अबाउट रिकवरी, दैट इज़ वेरी इंपॉर्टेंट। हाँ बिल्कुल ठीक है। एक तो मसला हो गया ਇਹਦੀ ਨਾ, ਮੈਂ ਇੱਕ ਤੁਹਾਡੇ ਵਿਊਅਰਸ ਨੂੰ ਇੱਕ ਗੱਲ ਸਾਂਝਾ ਵੀ ਕਰਨਾ ਚਾਹੁੰਦਾ ਕਿ ਮੈਨੂੰ ਰੂਟੀਨ ਦੇ ਵਿੱਚ ਫੋਨ ਆਉਂਦੇ ਨੇ, ਕਿਉਂਕਿ ਅਮੂਮਨ ਕੀ ਹੁੰਦਾ ਹੈ ਕਿ ਕਿਸੇ ਨੇ ਕਿਸੇ ਨੂੰ ਚੈੱਕ ਇਸ਼ੂ ਕਰ ਦਿੱਤਾ ਜੀ, ਚੈੱਕ ਡਿਸਆਨਰ ਹੋ ਗਿਆ ਜੀ, ਡਿਸਆਨਰ ਦਾ ਰੀਜ਼ਨ ਕੁਝ ਵੀ ਹੋ ਸਕਦਾ ਹੈ। ਉਹ ਕੀ ਕਰਦੇ ਨੇ ਕਿ 138 ਦੇ ਵਿੱਚ ਜਿਹੜਾ ਨਾ ਨੈਗੋਸ਼ੀਏਬਲ ਇੰਸਟਰੂਮੈਂਟ ਦੇ ਵਿੱਚ ਜਿਹੜਾ ਉਹ ਤਾਂ ਲਾ ਦਿੰਦੇ ਨੇ ਜੀ। ਮੰਨ ਲਓ ਉਹ ਬੰਦਾ ਜਿਹੜਾ, ਵੈਸੇ ਤੇ ਅੱਜ ਕੱਲ ਇੱਕ ਕਾਨੂੰਨ ਬਣ ਗਿਆ, ਕਾਨੂੰਨ ਇਹ ਬਣ ਗਿਆ ਕਿ ਜੱਜ ਸਾਹਿਬਾਨ ਜਿਹੜੇ ਨੇ ਉਹ ਤਕਰੀਬਨ ਜਿਹੜਾ ਰਿਸਪੋਂਡੈਂਟ ਨੂੰ ਕਹਿੰਦੇ ਨੇ ਕਿ ਬਈ ਜੇ ਤੂੰ ਬੇਲ ਲੈਣੀ ਹੈ ਤੇ 20% ਜਿਹੜਾ ਇਹ ਤੂੰ ਇੱਥੇ ਜਮ੍ਹਾਂ ਕਰਵਾ ਦੇ ਤੇ ਫਿਰ ਤੈਨੂੰ ਬੇਲ ਮਿਲੇਗੀ, ਬਾਕੀ 80% ਦਾ ਬਾਅਦ ਚੋਂ ਦੇਖ ਲਾਂਗੇ। ਕਈ ਇਹ ਹੁੰਦੇ ਨੇ ਜੀ ਕਿ ਮੈਂ 20% ਵੀ ਨਹੀਂ ਦੇ ਸਕਦਾ ਤੇ ਮੈਂ ਜੇਲ੍ਹ ਭੁਗਤਣ ਨੂੰ ਤਿਆਰ ਹਾਂ। ਹੁਣ ਲੋਕਾਂ ਦੇ ਦਿਮਾਗ 'ਚ ਹੈ ਕਿ ਸ਼ਾਇਦ ਜੇ ਉਹਨੇ ਜੇਲ੍ਹ ਭੁਗਤ ਲਈ ਤੇ ਸਾਡਾ ਪੈਸਾ ਮਿੱਟੀ ਹੋ ਗਿਆ। ਨਹੀਂ, ਉਹ ਪਨਿਸ਼ਮੈਂਟ ਉਹਨੂੰ ਹੈ ਅਫੈਂਸ ਦੀ ਜੀ, ਕਿ ਜਿਹੜਾ ਉਹਨੇ ਉਹਦਾ ਚੈੱਕ ਡਿਸਆਨਰ ਕਰਵਾਇਆ। ਜੀ। ਹੁਣ ਦੂਜੇ ਪਾਸੇ ਮਸਲਾ ਆ ਗਿਆ ਕਿ ਪੇਮੈਂਟ ਤਾਂ ਖੜੀ ਉੱਥੇ ਦੀ ਉੱਥੇ, ਜਿਹੜੀ ਲੈਣਦਾਰੀ ਜਾਂ ਦੇਣਦਾਰੀ ਆ ਉਹ ਤਾਂ ਖੜੀ ਹੈ ਜੀ। ਉਹਦਾ ਜਿਹੜਾ ਨਾ ਉਹਦਾ ਸਿਵਲ ਕੋਡ ਦੇ ਵਿੱਚ ਹੁੰਦਾ ਹੈ, ਉਹਦੇ ਵਿੱਚ ਸਾਨੂੰ ਰਿਕਵਰੀ ਸੂਟ ਫਾਈਲ ਕਰਨਾ ਪੈਂਦਾ ਸਿਵਲ ਕੋਡ ਦੇ ਵਿੱਚ ਸੈਪਰੇਟਲੀ। ਉਸੇ ਚੀਜ਼ ਨੂੰ ਮੈਂ ਕੋਰਿਲੇਟ ਕਰ ਰਿਹਾ ਇਹਦੇ ਨਾਲ। ਇਹ ਜਿਹੜੀਆਂ ਧਾਰਾਵਾਂ ਨੇ ਇਹ ਤੇ ਹੈਗੀਆਂ ਨੇ ਪਨਿਸ਼ਮੈਂਟ, ਜਿਹੜੀ ਤੁਸੀਂ ਫੋਰਜਰੀ ਕੀਤੀ, ਜਿਹੜਾ ਤੁਸੀਂ ਫਰਾਡ ਕੀਤਾ, ਜਿਹੜਾ ਤੁਸੀਂ ਚੀਟਿੰਗ ਕੀਤੀ, ਇਹ ਉਹਨਾਂ ਚੀਜ਼ਾਂ ਦੀ ਹੈ। ਜਿਹੜੀ ਰਿਕਵਰੀ ਹੈ, ਰਿਕਵਰੀ ਦਾ ਵੀ ਉਹ ਡਿਪਾਰਟਮੈਂਟਸ, ਦੇਖੋ ਇਹਨਾਂ ਦੇ ਨਾ MOU ਸਾਈਨ ਹੁੰਦੇ ਦੋਵਾਂ ਦੇ, ਦੋਵਾਂ ਪਾਰਟੀਆਂ ਤੇ। ਉਹਦੇ ਵਿੱਚ ਬ੍ਰੀਚ ਆਫ ਕੰਟਰੈਕਟ ਜਿਹੜਾ ਹੁੰਦਾ ਨਾ, ਉਹਦੀਆਂ ਕਲੌਜ਼ਸ ਕਈ ਹੁੰਦੀਆਂ ਨੇ, ਉਹਦੇ ਵਿੱਚ ਇਹ ਸਾਰੇ ਕਵਰ ਹੋਏਗਾ ਸਾਰਾ ਜੀ। ਇੱਕ ਇਹ ਵੀ ਬੜਾ ਇੰਪੋਰਟੈਂਟ ਫੈਕਟਰ ਜੇ ਕਿ ਜੇ ਕੀ ਉਹ ਜਿਹੜਾ MOU ਹੈ ਉਹਦੇ ਵਿੱਚ ਇਹਨਾਂ ਨੇ ਕੀ ਕੀ ਲਿਖਿਆ ਦਾ ਕਿ ਜੇ ਤੁਸੀਂ ਆਹ ਫੋਰਜਿੰਗ ਜਾਂ ਕਰਦੇ ਫੜੇ ਗਏ ਜਾਂ ਕਰਦੇ ਕਰਕੇ ਤੇ ਉਹਦੇ ਵਿੱਚ ਕੀ ਕੀ ਤੁਹਾਨੂੰ ਜਿਹੜੀਆਂ ਪਨਿਸ਼ਮੈਂਟਸ ਜਿਹੜੀਆਂ ਜਾਂ ਕੀ ਕੀ ਉਹਦੇ ਕੰਸੀਕੁਐਂਸਿਸ ਕੀ ਕੀ ਹੋਣਗੇ, ਉਹ ਵੀ ਉਹਦੇ ਤੋਂ ਪਤਾ ਲੱਗਦਾ ਹੈ। ਔਰ ਉਹਦੇ ਵਿੱਚ ਸਾਡੇ ਨਾ ਇਹਦੇ ਵਿੱਚ ਇੰਡੀਅਨ ਕੰਟਰੈਕਟ ਐਕਟ ਆਉਂਦਾ ਹੈ, ਉਹਦੇ ਸੈਕਸ਼ਨ 72, 73, 74 ਜਿਹੜੇ ਨੇ ਉਹ ਸਾਰੇ ਬ੍ਰੀਚ ਆਫ ਕੰਟਰੈਕਟ ਨਾਲ ਰਿਲੇਟਡ ਨੇ। ਸੋ ਉਹਨਾਂ ਦੇ ਰੈਫਰੈਂਸ ਦੇ ਵਿੱਚ ਉਹ ਜਿਹੜਾ ਰਿਕਵਰੀ ਦੇ ਜਿਹੜੇ ਕੇਸਿਸ ਨੇ ਉਹ
ਫਾਈਲ ਹੋ ਸਕਦੇ ਨੇ ਸਿਵਲ ਕੋਰਟ ਦੇ ਵਿੱਚ। देखिए इन्होंने बड़ी अच्छी बात करी है। ये तो जो मामला दर्ज हुआ है वो तो उस चीज़ का दर्ज हुआ है कि जो उन्होंने गलतियां की, जो सरकार से धोखाधड़ी करने की कोशिश की, लेकिन जो पैसा वसूल लिया गया उस पैसे की भरपाई का क्या। जहां यहीं पर भी अमृतसर में जीवन ज्योति हॉस्पिटल है, जहां पर बिना डॉक्टरों के ही मरीजों का इलाज किया जा रहा था, करोड़ों रुपए के जो पैसे बिल क्लेम किए गए, वो उस पैसे का क्या बना, वो रिकवरी क्यों नहीं की जा रही है, ये समझ से परे है। आपको लगता है अगर हम सही काम कर रहे हैं तो हमारी ये वीडियो शेयर, लाइक और कमेंट करना ना भूलिएगा। हमारे डिस्क्रिप्शन में जाइए और हमारे चैनल को सब्सक्राइब भी कीजिए, इससे हमारा हौसला बढ़ेगा और हम आपके सामने ऐसे कई और भी स्कैंडल लेकर आते रहेंगे। अमृतसर से D4 न्यूज़ के लिए दीपक भंडारी की खास रिपोर्ट।